ਚਾਹੇ ਮੁੰਡਾ ਚਾਹੇ ਕੁੜੀ ਇੱਕ ਵਾਰੀ ਬਾਹਰ ਲਿਆਓ, ਪਿਆਰ ਨਾਲ ਸਮਝਾਓ, ਜੇ ਨਹੀਂ ਤੇ ਫਿਰ ਆਪਦਾ ਛਿੱਤਰ ਬੋਲਾ ਕਰ ਦੋ, ਕੋਈ ਚੱਕਰ ਨਹੀਂ। ਕਿਸੇ ਨੂੰ ਕੁੱਟ ਕੇ ਮਾਫੀ ਮੰਗਵਾ ਦੇਣੀ, ਕਿਸੇ ਨੂੰ ਇਹ ਕਰ ਦੇਣਾ, ਇੱਕ ਬਦਮਾਸ਼ੀ ਵਾਲੀ ਇੱਕ ਚੀਜ਼ ਜਿਹੜੀ ਕਹਿੰਦੇ ਵੀ ਉਹਦਾ ਵੀ ਇੱਕ ਚੀਜ਼ ਤੋਂ ਲੈ ਕੇ ਆਲੋਚਨਾ ਹੋਈ ਆ। ਡਾਂਗ ਦੇ ਜ਼ੋਰ ਦਿੱਤਾ ਅਸੀਂ 24 ਘੰਟੇ 'ਚ ਕਬਜ਼ਾ ਲੈ ਲਾਂਗੇ, ਚਾਹੇ ਸਾਨੂੰ ਵਿਧਾਨ ਸਭਾ ਦਾ ਹੀ ਲੈਣਾ ਪਏ। ਤੈਅ ਕੌਣ ਕਰੂਗਾ ਕਿ ਜੋ ਤੁਸੀਂ ਚੀਜ਼ ਨੂੰ ਜਿਹੜੀ ਤੁਹਾਡੀ ਨਜ਼ਰ 'ਚ ਗਲਤ ਆ ਉਹ ਦੂਜੇ ਦੀ ਨਜ਼ਰ 'ਚ ਵੀ ਗਲਤ ਹੋਵੇ? ਤੈਅ ਕੌਣ ਕਰਦਾ ਕਿ ਆਹ ਚੀਜ਼ ਗਲਤ ਆ ਤੇ ਇਹ ਸਹੀ ਆ? ਜਿਹੜੀ ਤੁਸੀਂ ਕਿਹਾ ਕਿ ਮੈਨੂੰ ਪੈਸਾ ਨਹੀਂ ਸੀ ਚਾਹੀਦਾ, ਪੈਸਾ ਹੋਰ ਡਿੱਗਣ ਲੱਗ ਗਿਆ, ਇਹ ਤਾਂ ਇੱਕ ਜ਼ਿੰਦਗੀ ਇਹੋ ਜਿਹੀ ਆ, ਤਾਮਝਾਮ ਐਮਐਲਏ ਦਾ, ਗੱਡੀਆਂ ਕਿਤੇ ਬਾਡੀਗਾਰਡ ਤੇ ਪੈਸਾ ਹੀ ਪੈਸਾ, ਤੇ ਇਹ ਚੀਜ਼ ਤੋਂ ਤੁਸੀਂ ਨਿਕਲਣ ਦੀ ਕੋਸ਼ਿਸ਼ ਕਰ ਰਹੇ, ਇਹ ਤਾਂ ਤੁਹਾਡੇ ਅੱਗੇ ਪਿੱਛੇ ਹੋਣਾ ਭੈਣੇ। ਹੁਣ ਥੋੜਾ ਗੱਡੀਆਂ ਵੀ ਵਾਧੂ ਆ, ਪੈਸਾ ਵੀ ਵਾਧੂ ਆ, ਸਿੰਘ ਵੀ ਨਾਲ ਵਾਧੂ ਆ। ਗਾਰੰਟੀ ਹੈ ਕਿ ਤੁਸੀਂ ਐਮਐਲਏ ਦੀ ਕੁਰਸੀ ਤੇ ਬਹਿਣ ਤੋਂ ਬਾਅਦ ਤੇ ਤਾਮਝਾਮ ਗੱਡੀਆਂ ਬਾਡੀਗਾਰਡਾਂ ਦੇ ਤਾਮਝਾਮ ਤੋਂ ਬਾਅਦ ਤੁਸੀਂ ਰਹੋਗੇ? ਜੇ ਅਸੀਂ ਸਿਕਿਉਰਿਟੀ ਗਾਰਡ ਲੈ ਲਿਆ ਤੇ ਸਾਨੂੰ ਉਦੋਂ ਆ ਕੇ ਛਿੱਤਰ ਮਾਰ ਦੇਣ, ਕੋਈ ਰੋਕੂਗਾ ਨਹੀਂ। ਬਾਹਰ ਜਦੋਂ ਗਿਆ ਵਾਂ 2 ਦਿਨ ਕੋਈ ਏਅਰਪੋਰਟ ਤੇ ਲੈ ਨਹੀਂ ਆਇਆ ਸੀ, ਮਲੇਸ਼ੀਆ ਸ਼ਹਿਰ ਦੀ ਗੱਲ ਆ, ਤੇ ਉੱਥੇ ਜੰਗਲ ਦੇ ਵਿੱਚ ਮੈਨੂੰ ਜਿਹੜੇ ਉੱਥੋਂ ਦੇ ਸੀਗੇ ਡੌਂਕਰ ਕਹਿ ਸਕਦੇ, ਉਹਨਾਂ ਨੇ ਰੱਖਿਆ। ਉੱਥੋਂ ਜਦੋਂ ਉਹਨਾਂ ਨੇ ਵੀ ਮੈਨੂੰ ਹੀ ਪਤਾ ਮੈਨੂੰ ਹੁਣ ਸੋਨੋ ਦਿਸਣੋਂ ਹਟ ਗਿਆ, ਬਲੱਡ ਜ਼ਿਆਦੇ ਆ, ਸੱਟਾਂ ਬਹੁਤ ਵੱਜੀਆਂ, ਉਹਨਾਂ ਨੇ ਮੈਨੂੰ ਚੱਲਦੀ ਗੱਡੀ 'ਚੋਂ ਧੱਕਾ ਦਿੱਤਾ ਸੀ। ਅੰਮ੍ਰਿਤਸਰ ਸਾਹਿਬ ਦੀ ਪੁਲਿਸ ਟਰੇਸ ਕਰ ਲੱਗ ਗਈ ਸੀ ਉਦੋਂ ਹੀ ਮੈਨੂੰ। ਫਿਰ ਮੈਂ ਡਬਈ ਉੱਠ ਗਿਆ ਸੀਗਾ ਨਾਲ ਦੇ ਸਿੰਘ ਕੋਲ, ਉੱਥੋਂ ਵਾਪਸ ਆ ਕੇ ਮੈਂ ਅੰਮ੍ਰਿਤਸਰ ਸਾਹਿਬ ਫੜਿਆ ਗਿਆ। 8 ਦਿਨ ਬਿਨਾਂ ਪੁੱਛੇ ਗਿੱਛੇ ਕਿਸੇ ਨੂੰ ਦੱਸੇ ਪੁਲਿਸ ਨੇ ਮੈਨੂੰ ਰੱਖਿਆ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਚੋਣ ਦੰਗਲ ਦੇ ਵਿੱਚ ਮਾਝੇ ਏਰੀਏ ਦੇ ਵਿੱਚੋਂ ਲਗਾਤਾਰ 4-5 ਦਿਨ ਤੋਂ ਤੁਹਾਡੇ ਤੱਕ ਖਬਰਾਂ ਪਹੁੰਚ ਰਹੀਆਂ ਨੇ। ਕੁਝ ਉਮੀਦਵਾਰ ਜਿਨ੍ਹਾਂ ਨੂੰ ਹੌਟੈਸਟ ਸੀਟ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਮੁਕਾਬਲਾ ਜਿਨ੍ਹਾਂ ਲੋਕਾਂ ਦੇ ਨਾਲ ਹੋਣਾ ਉਹ ਕਿੰਨਾ ਕੁ ਦਿਲਚਸਪ ਹੋਊਗਾ, ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਐਸਾ ਨੌਜਵਾਨ ਜਿਨ੍ਹਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਦੇਖ ਰਹੇ ਹੋ ਔਰ ਕੁਝ ਨਾ ਕੁਝ ਚੀਜ਼ਾਂ ਦਾ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ, ਗੁਰਸਿੱਖੀ ਸਰੂਪ ਦੇ ਵਿੱਚ ਆ, ਉਹਨਾਂ ਦੇ ਇੱਕ ਆਪਣੇ ਤਰਕ ਆ, ਇੱਕ ਆਪਣੀ ਵਿਚਾਰਧਾਰਾ ਹੈ, ਔਰ ਕਹਿਣ ਵਾਲੇ ਜਿਹੜੇ ਉਹਨਾਂ ਨੂੰ ਇੱਕ ਇਹ ਵੀ ਕਹਿੰਦੇ ਆ ਕਿ ਉਹ ਤਾਨਾਸ਼ਾਹੀ ਤਰੀਕੇ ਨਾਲ ਵਿਚਰਦਾ ਜਾਂ ਫਿਰ ਉਹ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰਦਾ, ਪਰ ਅਸਲ ਦੇ ਵਿੱਚ ਉਹ ਕੀ ਆ, ਕਿਸ ਤਰ੍ਹਾਂ ਦੇ ਵਿਜ਼ਨ ਦੇ ਨਾਲ ਚੱਲ ਰਿਹਾ, ਉਹਦੇ ਨਾਲ ਗੱਲਾਂ ਬਾਤਾਂ ਕਰਦੇ ਆ। ਸਭ ਜਾਣਦੇ ਨੇ ਅਮਰਿਤਪਾਲ ਸਿੰਘ ਮਹਿਰੋਂ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਨੇ, ਇਹਨਾਂ ਦਾ ਪਿਛੋਕੜ, ਇਹਨਾਂ ਦੀ ਜ਼ਿੰਦਗੀ ਔਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਹਮੇਸ਼ਾ ਸਵਾਲਾਂ ਦੇ ਵਿੱਚ ਘਿਰੇ ਰਹਿੰਦੇ ਆ। ਤੇ ਇਹਦੇ ਵਿੱਚ ਇੱਕ ਨਵੀਂ ਜਿਹੜੀ ਚੀਜ਼ ਆ ਗਈ ਹੈ ਕਿ ਮਾਝੇ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਵੱਲੋਂ ਇਹਨਾਂ ਨੂੰ ਜਿਹੜੀ ਆ ਤਰਨਤਾਰਨ ਜ਼ਿਲ੍ਹੇ ਤੋਂ ਟਿਕਟ ਦਿੱਤੀ ਗਈ ਆ, ਤੇ ਹੁਣ ਜਿਹੜੀ ਆ ਇਹ ਸਮਾਜ ਸੇਵੀ ਜਿਹੜਾ ਨੌਜਵਾਨ ਕਹਿ ਸਕਦੇ ਆ ਕਿ ਰਾਜਨੀਤੀ ਦੇ ਵਿੱਚ ਵੀ ਪੈਰ ਰੱਖ ਚੁੱਕਿਆ ਹੋਇਆ, ਤੇ ਆਉਣ ਵਾਲੇ ਦਿਨਾਂ 'ਚ ਲੋਕ ਕਿਵੇਂ ਦਾ ਜਿਹੜਾ ਫੈਸਲਾ ਸੁਣਾਉਂਦੇ ਆ, ਉਹ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਇਹਨਾਂ ਦਾ ਵਿਜ਼ਨ ਕੀ ਆ, ਇਹਨਾਂ ਦੀ ਸੋਚ ਕੀ ਆ, ਇਹਨਾਂ ਦੀ ਜ਼ਿੰਦਗੀ ਬਾਰੇ ਕੁਝ ਸਵਾਲ ਕਰਦੇ ਆ। ਪਹਿਲਾਂ ਕਰਦੇ ਆ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਹਿਲਾਂ ਤਾਂ ਤੁਸੀਂ ਸਵਾਲਾਂ 'ਚ ਘਿਰੇ ਰਹਿੰਦੇ ਆ, ਬਹੁਤ ਚੀਜ਼ਾਂ, ਉਹਦੇ ਵਿੱਚ ਤੁਹਾਡੇ ਇੱਕ ਆਪਣੇ ਤਰਕ ਹੈਗੇ ਆ, ਤੁਸੀਂ ਆਪਣੇ ਤਰੀਕੇ ਨਾਲ ਲੋਕਾਂ ਨੂੰ ਐਕਸਪਲੇਨ ਵੀ ਕਰਦੇ ਹੋ, ਪਰ ਉਸ ਤੋਂ ਪਹਿਲਾਂ ਇੱਕ ਜ਼ਿੰਦਗੀ ਦੇ ਵਿੱਚ ਬਹੁਤ ਖੂਬਸੂਰਤ ਜੀ ਇੱਕ ਚੀਜ਼ ਹੈ ਕਿ ਤੁਸੀਂ ਮੁਸਲਿਮ ਪਰਿਵਾਰ 'ਚੋਂ ਪੈਦਾ ਹੁੰਦੇ ਹੋ ਤੇ ਤੁਸੀਂ ਸਿੱਖੀ ਨੂੰ ਪਰਣਾਏ ਜਾਂਦੇ ਹੋ। ਪਹਿਲਾਂ ਤਾਂ ਮੈਂ ਤੁਹਾਡੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੀ ਹਾਂ, ਪਿਛੋਕੜ ਕਿੱਥੋਂ ਆ, ਕਿਵੇਂ ਦੀ ਜ਼ਿੰਦਗੀ ਆ, ਔਰ ਮੁਸਲਿਮ ਪਰਿਵਾਰ 'ਚੋਂ ਸਿੱਖੀਜ਼ਮ ਵਿੱਚ ਆਉਣਾ ਇਹ ਕਿਵੇਂ ਹੋਇਆ? ਸਾਡਾ ਜ਼ਿਲ੍ਹਾ ਮੋਗਾ ਵਾ, ਮਹਿਰੋਂ ਪਿੰਡ ਆ ਜੀ, ਤੇ ਸਾਡਾ ਜਿਹੜਾ ਪਰਿਵਾਰ ਆ ਮੁਸਲਿਮ ਪਰਿਵਾਰ, ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਾ ਮੱਦੋ ਕੇ ਸੀਗੇ ਤੇ ਉਹ ਇੱਧਰ ਦੀ ਲੰਘੇ ਸੀ, ਉਹ ਸਾਡੇ ਪਿੰਡ ਰੁਕੇ ਸੀ। ਜਿਹੜੀ ਇਹ ਕੌਮ ਆ ਮੁਸਲਮਾਨ, ਇਹ ਬਹੁਤ ਪੁਰਾਣੀ ਆ। ਜਿਹੜੇ ਮੇਰੇ ਦਾਦੇ ਦੇ ਦਾਦੇ ਪੜਦਾਦੇ ਸੀ, ਵੱਡੇ ਬਜ਼ੁਰਗ ਸੀ, ਉਹਨਾਂ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਸੀ। ਉਹਨਾਂ ਦੇ ਵਿੱਚੋਂ ਜਿਹੜਾ ਬਜ਼ੁਰਗ ਲੈ ਕੇ ਗਏ ਸੀ, ਉਹਨਾਂ ਦੇ ਵਿੱਚੋਂ ਗਾਂਹ ਦੀ ਗਾਂਹ ਪੀੜ੍ਹੀ ਚੋਂ ਇੱਕ ਪਰਿਵਾਰ ਜ਼ਰੂਰ ਇੱਧਰ ਜੁੜਿਆ ਹੀ ਆਉਂਦਾ। ਇਸ ਕਰਕੇ ਸਾਡਾ ਉੱਥੇ ਗੁਰੂ ਘਰ ਦੇ ਨਾਲ ਹੀ ਘਰ ਹੁੰਦਾ ਸੀਗਾ। ਹੁਣ ਉੱਥੇ ਸਾਡੇ ਬਜ਼ੁਰਗਾਂ ਦੀ ਜਗ੍ਹਾ ਵੀ ਬਣੀ ਹੋਈ ਹੈ ਜਿਨ੍ਹਾਂ ਨੇ ਪ੍ਰਸ਼ਾਦਾ ਛਕਾਇਆ ਸੀ, ਤੇ ਗੁਰੂ ਘਰ ਨੇੜੇ ਹੋਣ ਕਰਕੇ ਇੱਕ ਕਿਸੇ ਨਾ ਕਿਸੇ ਦੀ ਖਿੱਚ ਰਹੀ ਹੈ ਗੁਰੂ ਘਰੇ। ਡੈਡੀ ਜੀ ਹੁੰਦੇ ਸੀ, ਗੁਰੂ ਘਰੇ ਰਹਿੰਦੇ ਹੁੰਦੇ ਸੀ, ਉੱਥੇ ਸੇਵਾ ਕਰਦੇ ਸੀ, ਤੇ ਉਦੋਂ ਬਾਅਦ ਫਿਰ ਮੈਂ ਵੀ ਇੱਧਰ ਨੂੰ ਉੱਠ ਗਿਆ। ਸਮਾਜ ਸੇਵਾ ਦੇ ਤੌਰ ਤੇ ਸਭ ਤੋਂ ਪਹਿਲਾਂ ਤੁਸੀਂ ਹਾਈਲਾਈਟ ਹੁੰਦੇ ਆ ਨਾ ਕਿ ਤੁਸੀਂ ਲੱਭਦੇ ਹੋ ਕੁਝ ਲੋਕ ਜਿਹੜੇ ਇਦਾਂ ਦੇ ਜਿਨ੍ਹਾਂ ਨੇ ਜਿਹੜੇ ਬਹੁਤ ਵੱਡੇ ਪਰਿਵਾਰਾਂ ਨੂੰ ਬਿਲੋਂਗ ਕਰਦੇ ਆ, ਵਧੀਆ ਅਹੁਦਿਆਂ ਨੂੰ ਬਿਲੋਂਗ ਕਰਦੇ ਸੀ, ਪਰ ਉਹ ਕਿਤੇ ਨਾ ਕਿਤੇ ਮਜ਼ਦੂਰੀ ਕਰਦੇ ਜਾਂ ਇੱਕ ਗੁਲਾਮੀ ਕਰਦੇ ਪਾਏ ਗਏ ਆ। ਉਹ ਕਿੱਥੋਂ ਸ਼ੁਰੂਆਤ ਹੁੰਦੀ ਆ, ਪਹਿਲ ਕਿਵੇਂ ਕੀਤੀ, ਤੇ ਫਿਰ ਲੋਕਾਂ ਦੀਆਂ ਨਜ਼ਰਾਂ 'ਚ ਆਉਣਾ? ਮੈਂ ਨਾ ਸਟੂਡੈਂਟ ਸੀਗਾ DAV ਕਾਲਜ ਜਲੰਧਰ 2013-14 'ਚ, ਤੇ ਮੈਂ
ਵਕੀਲ ਬਣਨਾ ਚਾਹੁੰਦਾ ਸੀ। ਅੱਛਾ। ਪਰ ਮੈਂ ਉੱਥੇ BBA ਕਰਨ ਲੱਗ ਗਿਆ ਕਿਉਂਕਿ ਪਿੱਛੋਂ ਨਾਨ ਮੈਡੀਕਲ ਕੀਤਾ ਹੋਇਆ ਸੀ ਤੇ ਥੋੜਾ ਟਾਈਮ ਰਿਹਾ, ਫੀਸ ਨਹੀਂ ਦਿੱਤੀ ਗਈ। 1500 ਕੁਛ 1530 ਕੇ 25 ਰੁਪਏ ਫੀਸ ਸੀ ਮਹੀਨੇ ਦੀ, ਤੇ ਉਹ ਦਿੱਤੀ ਨਹੀਂ ਗਈ ਡੈਡੀ ਤੋਂ, ਤੇ ਫਿਰ ਮੈਂ ਉਹ ਛੱਡ ਕੇ ਆ ਗਿਆ ਸੀ। ਤੇ ਡੈਡੀ ਨਾਲ ਕੰਮ ਕਰਨ ਲੱਗ ਗਿਆ ਸੀ, ਇੱਟਾਂ ਉੱਟਾਂ ਦਾ ਕੰਮ ਕਰਨ ਲੱਗ ਗਏ, ਘਰ ਬਣਾਉਂਦੇ ਆ ਨਾ ਡੈਡੀ ਹੋਣੀ। ਤੇ ਉਹ ਫਿਰ ਮਜ਼ਦੂਰੀ ਕਰਦੇ ਕਰਦੇ ਮੈਂ ਉਧਰ ਨੂੰ ਨਹੀਂ ਸੀਗਾ, ਕਿਉਂਕਿ ਮੇਰਾ ਮਨ ਇਹ ਸੀ ਮੈਂ ਕੁਝ ਵੱਖਰਾ ਕਰਨਾ। ਰਾਹ ਜਿਹੜਾ ਮਰਜ਼ੀ ਚੁਣਨਾ ਪਵੇ, ਪਰ ਇੱਕ ਵਾਰੀ ਦੁਨੀਆ ਦੀ ਨਿਗਾਹ ਦੇ ਵਿੱਚ ਆਉਣਾ ਹੀ ਆਉਣਾ। ਤੇ ਫਿਰ ਮੈਂ ਡੈਡੀ ਨਾਲ ਰੋਜ਼ ਹੀ ਤੂੰ ਮੈਂ ਹੁੰਦੀ ਸੀ ਕੰਮ ਪਿੱਛੇ। ਉਹ ਕਹਿੰਦੇ ਸੀ ਮੇਰਾ ਕੰਮ ਸਾਂਭ। ਮੈਂ ਕਿਹਾ ਵੀ ਡੈਡੀ ਤੁਹਾਡੇ ਕੰਮ ਨੂੰ ਸਲਾਮ ਆ, ਵੀ ਤੁਸੀਂ ਬਹੁਤ ਮਿਹਨਤ ਕੀਤੀ, ਪਰ ਮੇਰਾ ਮਨ ਨਹੀਂ ਗਾ ਇਸ ਪਾਸੇ, ਮੈਂ ਕੁਝ ਬਣਨਾ ਚਾਹੁੰਦਾ। ਤੇ ਉਹ ਕਹਿੰਦੇ ਉਹ ਕੰਮ ਕਰ ਲਾ ਜਿਹੜੇ 'ਚ ਤੇਰਾ ਮਨ ਆ। ਤੇ ਮੈਨੂੰ ਜਾਨਵਰਾਂ ਦਾ ਸ਼ੌਂਕ ਸੀ, ਤੇ ਮੈਂ ਇੱਕ ਡੌਗ ਫਾਰਮ ਖੋਲਿਆ ਸੀ। ਉਹ ਡੈਡੀ ਨੂੰ ਵੀ ਪਸੰਦ ਨਹੀਂ ਸੀ, ਉਹਨਾਂ ਨੇ ਫਿਰ ਵਾਪਸ ਲੈ ਲਿਆ। ਪਰ ਉਹ 'ਚ ਜਿਹੜੇ ਪੈਸੇ ਲਾਏ ਸੀ ਉਹ ਸੈਰ ਸੁਰ ਹੋ ਗਏ ਸੀ, ਤੇ ਡੈਡੀ ਨੂੰ ਨਹੀਂ ਇਸ ਗੱਲ ਦਾ ਪਤਾ ਸੀ। ਤੇ ਡੈਡੀ ਦੇ ਅਕਾਊਂਟ 'ਚੋਂ ਪੈਸੇ ਜਿਹੜੇ ਮੈਂ 50,000 ਰੁਪਇਆ ਡੈਡੀ ਤੋਂ ਬਿਨਾਂ ਪੁੱਛੇ ਵਰਤ ਗਿਆ ਸੀ, ਉਹਦੇ ਪਿੱਛੇ ਕਲੇਸ਼ ਬਹੁਤ ਪਿਆ। ਤੇ ਡੈਡੀ ਨੇ ਫਿਰ ਬੰਦੇ ਇਕੱਠੇ ਕੀਤੇ, ਤੇ ਉਹ ਕਹਿੰਦੇ ਵੀ ਇਹਨੂੰ ਕਹੇ ਵੀ ਪੈਸੇ ਦੇ ਦਿੰਦੇ ਜਿਹੜੇ ਇਹਨੇ ਦੇਣੇ ਆ, ਤੇ ਇਹਨੂੰ ਕਹੇ ਮੇਰੇ ਨਾਲ ਕੰਮ ਕਰੇ। ਤੇ ਫਿਰ ਮੇਰੀ ਤਾਂ ਪ੍ਰੋਬਲਮ ਉਹੀ ਸੀ। ਫਿਰ ਮੈਂ ਉੱਥੇ ਖੁੱਲ ਹੀ ਗਿਆ ਡੈਡੀ ਨੂੰ। ਮੈਂ ਕਿਹਾ ਵੀ ਬੰਦਿਆਂ ਦੇ ਵਿੱਚ ਬਹਿ ਕੇ ਵੀ ਡੈਡੀ ਵੀ ਨੌਜਵਾਨ ਹੋਵਾਂ ਮੈਂ, ਤੇ ਮੇਰਾ ਪਿਓ ਮੇਰੇ ਸਿਰੋਂ ਕਰਜ਼ਾ ਲਾਵੇ, ਇਹ ਸ਼ੋਭਾ ਨਹੀਂ ਦਿੰਦਾ। ਤੁਸੀਂ ਮੈਨੂੰ ਚਾਹੇ 50,000 ਛੱਡੋ, 5 ਲੱਖ 10 ਲੱਖ ਦਾ ਕਾਰੋਬਾਰ ਖੋਲ ਦਿਓ, ਉਹ ਤੁਹਾਡਾ ਫਰਜ਼ ਆ, ਪਰ ਮੇਰੇ ਸਿਰ ਚੜਿਆ ਕਰਜ਼ਾ ਮੇਰਾ ਪਿਓ ਨਹੀਂ ਮੋੜ ਸਕਦਾ। ਤੁਸੀਂ ਮੈਨੂੰ ਬਾਹਰ ਭੇਜ ਦਿਓ, ਇੱਥੇ ਮੇਰੇ ਤੋਂ ਰਿਹਾ ਨਹੀਂ ਜਾਣਾ। ਬਾਹਰ ਜਦੋਂ ਗਿਆ ਵਾਂ 2 ਦਿਨ ਕੋਈ ਏਅਰਪੋਰਟ ਤੇ ਲੈ ਨਹੀਂ ਆਇਆ ਸੀ, ਮਲੇਸ਼ੀਆ ਸ਼ਹਿਰ ਦੀ ਗੱਲ ਆ। ਤੇ ਉੱਥੇ ਜੰਗਲ ਦੇ ਵਿੱਚ ਮੈਨੂੰ ਜਿਹੜੇ ਉੱਥੋਂ ਦੇ ਸੀਗੇ ਡੌਂਕਰ ਕਹਿ ਸਕਦੇ ਆ, ਉਹਨਾਂ ਨੇ ਰੱਖਿਆ। ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਲੇ ਤਾਂ ਉਹੀ ਕੰਮ ਕਰ ਸਕਦਾ ਜਿਹਦੇ ਕੇਸ ਹੈ ਨਹੀਂ। ਇਹ ਗੱਲ ਹੈਗੀ ਆ 2018 ਦੀ 29 ਤੇ 30 ਫਰਵਰੀ ਦੀ। ਤੇ ਮੇਰੇ ਕੋਲੇ ਬੰਦਾ ਆਇਆ ਸੀਗਾ, ਉਹ ਕਹਿੰਦੇ ਵੀ ਕੇਸ ਕਟਾਉਣੇ, ਤੇ ਮੈਂ 4 ਦਿਨ ਹੋ ਗਏ ਸੀ ਭੁੱਖੇ ਤੇ ਆਏ ਨੂੰ। ਤੇ ਮੈਂ ਗੁੱਸੇ 'ਚ ਸੀ, ਤੇ ਮੇਰੇ ਤੋਂ ਉਹਦੇ ਵੱਜ ਗਈ। ਉਹਨਾਂ ਨੇ ਫਿਰ ਮੈਨੂੰ 14-15 ਦਿਨ ਬਹੁਤ ਕੁੱਟਿਆ ਉੱਥੇ। ਤੇ ਉੱਥੇ ਹੋਰਾਂ ਨੂੰ ਵੀ ਕੁੱਟਿਆ ਸੀ। ਇੱਕ ਨੇਪਾਲ ਦਾ ਮੁੰਡਾ ਸੀਗਾ, ਤੇ ਮੈਨੂੰ ਵੀ ਬਹੁਤ ਕੁੱਟਿਆ, ਕੱਪੜੇ ਲਾਹ ਕੇ ਉਹਨਾਂ ਨੇ ਵੀ ਐਂ ਕਰਤਾ ਵੀ ਖਤਮ ਹੀ। ਉਹਦੀ ਡੈਥ ਹੋ ਗਈ ਸੀਗੀ। ਤੇ ਉੱਥੋਂ ਜਦੋਂ ਉਹਨਾਂ ਨੇ ਵੀ ਮੈਨੂੰ ਵੀ ਪਤਾ ਮੈਨੂੰ ਹੁਣ ਸੁਣਨੋਂ ਦਿਸਣੋਂ ਹਟ ਗਿਆ, ਬਲੱਡ ਜ਼ਿਆਦੇ ਆ, ਸੱਟਾਂ ਬਹੁਤ ਵੱਜੀਆਂ, ਉਹਨਾਂ ਨੇ ਮੈਨੂੰ ਚੱਲਦੀ ਗੱਡੀ 'ਚੋਂ ਧੱਕਾ ਦਿੱਤਾ ਸੀ। ਇਹ ਹੈਗਾ ਪਨਾਂਗ ਦੇ ਜੰਗਲਾਂ ਦੀ ਗੱਲ। ਮਲੇਸ਼ੀਆ ਜਿਨ੍ਹਾਂ ਨੇ ਸਾਂਭਿਆ ਸੀ ਉਹ ਇਸ ਗੱਲ ਦੇ ਗਵਾਹ ਹੈਗੇ ਆ। ਤੇ ਪਾਸਪੋਰਟ ਨਹੀਂ ਦਿੱਤਾ ਮੈਨੂੰ ਉਹਨਾਂ ਨੇ। ਉੱਥੋਂ ਜਦੋਂ ਮੈਂ ਗਿਆ ਤੇ ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਮੈਨੂੰ ਕੋਈ ਲੈਣ ਹੀ ਨਹੀਂ ਆਇਆਗਾ, ਮੇਰੇ ਕੋਲ ਨਾ ਕੋਈ ਗੱਲਬਾਤ। ਤੇ ਥਾਈਲੈਂਡ ਤੋਂ ਕਿਸੇ ਭੈਣ ਨੇ ਮੇਰਾ ਮੈਸੇਜ ਦੇਖਿਆ ਸੀਗਾ, ਕਿਸੇ ਵੈਬਸਾਈਟ ਤੇ ਪਾਈ ਸੀ ਸਟੋਰੀ ਮੈਂ ਲਿਖ ਕੇ ਵੀ ਮੈਂ ਖਤਰੇ 'ਚ ਆ। ਤੇ ਮੈਨੂੰ ਨਹੀਂ ਪਤਾ, ਉੱਥੋਂ ਮੈਨੂੰ ਇੱਕ ਚਿੱਟਾ ਬਾਣਾ ਪਾਇਆ ਸੀ, ਬਹੁਤ ਕੱਦ ਕਾਠ ਸੀ ਉਹਨਾਂ ਦਾ, ਤੇ ਉਹ ਮੈਨੂੰ ਉੱਥੋਂ ਕੱਢ ਕੇ ਲੈ ਕੇ ਆਏ। ਤੇ ਈਪੂ ਸ਼ਹਿਰ ਦੇ ਗੁਰਦੁਆਰਾ ਸਾਹਿਬ ਮਹੀਨਾ ਰਿਹਾ ਵਾਂ। ਉੱਥੋਂ ਵੀ ਮੈਂ ਭੱਜਿਆ ਕਿਸੇ ਕਾਰਨ ਕਰਕੇ, ਕਿਉਂਕਿ ਉਹ ਬੰਦੇ ਨੂੰ ਜਿਹਨੇ ਓਵਰਸਟੇ ਹੋਏ ਆ ਉਹਨਾਂ ਨੂੰ ਕੈਦ ਕਰ ਲੈਂਦੇ ਸੀ। ਏਦਾਂ ਹੀ ਤੁਰਿਆ ਫਿਰਦਾ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੂੰ ਰਹਿਣ ਦਾ ਮੌਕਾ ਮਿਲਿਆ ਸੀ। ਤੇ ਮੇਰੇ ਕੋਲ ਪਾਸਪੋਰਟ ਨਹੀਂ ਸੀ। ਉਹ ਕਹਿੰਦੇ 3 ਦਿਨ ਰਹਿ ਪਾ। ਤੇ ਥੋੜੇ ਦਿਨ ਰਹੇ ਆ ਉੱਥੋਂ। ਜਸਵਿੰਦਰ ਸਿੰਘ ਹੋਣੀ ਲੈ ਕੇ ਗਏ ਮੈਨੂੰ। ਤੇ ਉਹ ਕਹਿੰਦੇ ਵੀ ਸਾਨੂੰ ਇੱਥੇ ਗਿਆਨੀ ਜੀ ਦੀ ਲੋੜ ਆ, ਗ੍ਰੰਥੀ ਸਿੰਘ ਦੀ। ਮੈਂ ਕਿਹਾ ਜੀ ਗ੍ਰੰਥੀ ਸਿੰਘ ਦੀ ਲੋੜ ਆ, ਠੀਕ ਆ, ਪਰ ਮੈਂ ਬਾਣੀ ਤਾਂ ਜਾਣਦਾ, ਪਰ ਮੈਂ ਗ੍ਰੰਥੀ ਸਿੰਘ ਦੀ ਡਿਊਟੀ ਨਹੀਂ ਕਰ ਸਕਦਾ, ਕਿਉਂਕਿ ਅੰਮ੍ਰਿਤਧਾਰੀ ਨਹੀਂ ਹੈਗਾ ਮੈਂ। ਜੇ ਮੇਰਾ ਅੰਮ੍ਰਿਤ ਨਹੀਂ ਛਕਿਆ ਤੇ ਮੈਂ ਹੈੱਡ ਗ੍ਰੰਥੀ ਇੱਥੇ ਕਿਵੇਂ ਬਣ ਜਾਊਗਾ। ਹਾਂ, 5 ਪਿਆਰੇ ਹੁਕਮ ਕਰਨ ਤਾਂ ਅਸੀਂ ਸੇਵਾ ਨਿਭਾਵਾਂਗੇ। ਉਹ 6 ਮਹੀਨੇ ਨੇ ਮੇਰੀ ਜ਼ਿੰਦਗੀ ਬਦਲੀ। 6 ਮਹੀਨੇ ਬਸ ਬਾਣੀ ਪੜ੍ਹਨੀ, ਬਾਹਰ ਨਿਕਲ ਨਹੀਂ ਸਕਦਾ ਸੀ, ਪਾਸਪੋਰਟ ਹੈ ਨਹੀਂ ਸੀ। ਤੇ ਇਤਿਹਾਸ ਪੜ੍ਹਿਆ ਜਿਹੜਾ। ਕੁਦਰਤੀ ਤੌਰ ਤੇ ਨੌਜਵਾਨ ਆ ਜਿਹੜੇ, ਜੇ ਤਾਂ ਜਾਣ ਤਾਂ ਬਰਬਾਦੀ ਵੱਲ ਜਾਂਦੇ ਆ, ਤੇ ਜੇ ਉਹ ਪੜ੍ਹਨ ਲੱਗ ਜਾਣ ਤੇ ਸੰਤਾਂ ਦੀ ਹਿਸਟਰੀ ਜ਼ਰੂਰ ਪੜ੍ਹਦੇ, ਭਿੰਡਰਾਲਿਆਂ ਦੀ। ਅਸੀਂ ਖਾੜਕੂ ਸਿੰਘਾਂ ਦੀ ਹਿਸਟਰੀ ਮੈਂ ਬਹੁਤ ਪੜ੍ਹੀ ਉੱਥੇ। ਉੱਥੇ ਫਿਰ ਮੈਂ ਘਰਦਿਆਂ ਨੂੰ ਫੋਨ ਲਾ ਕੇ ਫਤਿਹ ਬੁਲਾਤੀ ਸੀ ਵੀ ਤੁਹਾਡੇ ਨਾਲ ਪਰਿਵਾਰਕ ਤਾਂ ਰਿਸ਼ਤਾ ਰਹੂਗਾ, ਤੇ ਪਰ ਮੈਂ ਘਰੇ ਨਹੀਂ ਆਉਣਾ, ਕਿਉਂਕਿ ਮੈਂ ਇੰਡੀਆ ਆ ਹੀ ਨਹੀਂ ਸਕਦਾ। ਜੇ ਮੈਂ ਇੰਡੀਆ ਆ ਗਿਆ ਪਰ ਮੈਂ ਘਰੇ ਨਹੀਂ ਟਿਕਣਾ, ਤੇ ਮੇਰੇ ਰਾਹ ਹੁਣ ਹੋਰ ਆ। ਉੱਥੋਂ ਮੈਂ ਹੈਦਰਾਬਾਦ ਆ ਗਿਆ ਸੀ। ਕਿਸੇ ਨੇ ਪਾਸਪੋਰਟ ਬਣਾ ਕੇ ਦਿੱਤਾ, ਭਾਈ ਸੁੱਖਾ ਸਿੰਘ UK ਇੰਗਲੈਂਡ ਤੋਂ, ਉਹਨਾਂ ਨੇ ਮਦਦ ਕੀਤੀ। ਤੇ ਫਿਰ ਮੈਂ ਹਜ਼ੂਰ ਸਾਹਿਬ ਗਿਆ। ਅੰਮ੍ਰਿਤਸਰ ਸਾਹਿਬ ਦੀ ਪੁਲਿਸ ਟਰੇਸ ਕਰਨ ਲੱਗ ਗਈ ਸੀ ਉਦੋਂ ਹੀ ਮੈਨੂੰ। ਫਿਰ ਮੈਂ ਦੁਬਈ ਉੱਠ ਗਿਆ ਸੀਗਾ ਨਾਲ ਦੇ ਸਿੰਘ ਕੋਲੇ। ਉੱਥੋਂ ਵਾਪਸ ਆ ਕੇ ਮੈਂ ਅੰਮ੍ਰਿਤਸਰ ਸਾਹਿਬ ਫੜਿਆ ਗਿਆ। 8 ਦਿਨ ਬਿਨਾਂ ਪੁੱਛੇ ਗਿੱਛੇ ਕਿਸੇ ਨੂੰ ਦੱਸੇ ਪੁਲਿਸ ਨੇ ਮੈਨੂੰ ਰੱਖਿਆ। ਪੂਰੀ ਇਨਕੁਆਇਰੀ ਕਰਕੇ ਫਿਰ ਉਹਨਾਂ ਨੇ ਛੱਡਿਆ, ਬੇਕਸੂਰ। ਉਹਨਾਂ ਨੂੰ ਪਤਾ ਸੀ ਕੋਈ ਹੈ ਨਹੀਂ ਸੀ, ਕਲੂ ਹੈ ਨਹੀਂ ਸੀ ਕੋਈ ਇਹੋ ਜਿਹਾ। ਫਿਰ ਮੈਂ ਜਦੋਂ ਇਹ ਗੱਲਬਾਤ ਹੋਈ ਤੇ ਮੇਰੇ ਕੋਲੇ ਪੈਸੇ ਸੀ, ਮੈਨੂੰ ਉਹਨਾਂ ਨੇ ਪੈਸੇ ਪਾਤੇ ਮੇਰੀ ਜੇਬ 'ਚ, ਉੱਥੋਂ ਦੇ ਰਿੰਗਟ।
ਉਹ ਤੜਾ ਕੇ ਲਿਆ ਦਿੱਤੇ ਪੈਸੇ ਨਾਲ ਤਾਂ ਮੋਹ ਨਹੀਂ ਰਿਹਾ, ਕਿਉਂਕਿ ਜਦੋਂ ਧਿਆਨ ਹੀ ਇਧਰ ਸ਼ਹੀਦੀਆਂ ਵੱਲ ਉੱਠ ਗਿਆ, ਧਿਆਨ ਹੀ ਸ਼ਹੀਦ ਸਿੰਘਾਂ ਵੱਲ ਉੱਠ ਗਿਆ ਤੇ ਮੋਹ ਨਹੀਂ ਰਹਿੰਦਾ ਇਹਨਾਂ ਚੀਜ਼ਾਂ ਦਾ। ਉਹ ਮੈਂ ਕੀ ਕੀਤਾ ਜੀ, ਉੱਥੋਂ ਆ ਕੇ ਨਾ ਬਰਗਾੜੀ ਆ ਗਿਆ ਮੋਰਚੇ ਤੇ। ਬਰਗਾੜੀ ਮੋਰਚੇ ਤੇ ਬੈਠ ਕੇ ਜਦੋਂ ਮੈਂ ਸਾਰੀਆਂ ਗੱਲਾਂ ਬਾਤਾਂ ਵੇਖਾਂਗਾ ਤੇ ਮੈਂ ਕਿਹਾ ਨਹੀਂ, ਇਹਨਾਂ ਨੇ ਮੋਰਚਾ ਵੇਚ ਦੇਣਾ। ਇਹ ਤਾਂ ਮੈਂ ਉਦੋਂ ਹੀ ਜਾਣ ਗਿਆ ਸੀ, ਮੈਂ ਉੱਥੇ ਰੁਕਿਆ ਨਹੀਂ। ਫਿਰ ਉਸ ਦਿਨ ਮੇਰੇ ਕੋਲ ਹਜੇ ਵੀ ਸਾਰੇ ਰਿਕਾਰਡ ਆ, ਸਟੇਜ ਤੇ ਰਹਿਰਾ ਸਾਹਿਬ ਵੀ ਮੈਂ ਕੀਤੀ ਸੀ 8 ਤਰੀਕ ਅਗਸਤ। ਤੇ ਉਦੋਂ ਫਿਰ ਮੈਂ ਭਾਈ ਜੁਗਰਾਜ ਸਿੰਘ ਤੋਂ ਪਹਾਣ ਦੇ ਘਰੇ ਗਿਆ, ਉਹਨਾਂ ਦੀ ਭੈਣ ਨੂੰ ਮਿਲਿਆ ਤੇ ਉਹਨਾਂ ਨੂੰ ਉੱਥੇ ਮਿਲਿਆ ਤੇ ਮੇਰੇ ਕੋਲ ਜੋ ਪੈਸੇ ਸੀ ਮੈਂ ਉਹਨਾਂ ਨੂੰ ਦਿੱਤੇ। ਉੱਥੋਂ ਫੋਟੋਆਂ ਲੀਕ ਹੋ ਗਈਆਂ ਸੀ ਪੈਸੇ ਦਿੰਦਿਆਂ ਦੀਆਂ। ਤੇ ਨੌਜਵਾਨਾਂ ਨੂੰ ਇਹ ਹੋ ਗਿਆ ਵੀ ਸ਼ਹੀਦ ਪਰਿਵਾਰਾਂ ਦੀ ਇਹ ਮਦਦ ਕਰਦਾ। ਉਹ ਪੈਸੇ ਭੇਜਣ ਲੱਗ ਕੇ, ਕਦੇ 10,000 ਆ ਜੇ, ਕਦੇ 20,000 ਆ ਜੇ, ਕਦੇ 50,000 ਆ ਜੇ। ਮੈਂ ਕਿਹਾ ਮੈਂ ਇਸ ਚੀਜ਼ ਤੋਂ ਖਹਿੜਾ ਛਡਾਉਣਾ ਸੀ ਤਾਂ ਮੇਰੇ ਪਿੱਛੇ ਪੈ ਗਈ ਮਾਇਆ। ਫਿਰ ਮੈਂ ਕਦੇ ਕਿਸੇ ਨੂੰ ਦੇ ਦਿਆ ਕਰਾਂ ਪੈਸੇ। ਜਦੋਂ ਮੈਂ ਕਿਸੇ ਪਿੰਡ ਜਾਂਦਾ ਸੀ ਉਹ ਅਖਬਾਰਾਂ ਚ ਆਉਣ ਲੱਗ ਗਿਆ, ਨਿਊਜ਼ ਚ ਆਉਣ ਲੱਗ ਗਿਆ, ਲੋਕ ਪੈਸੇ ਭੇਜਣ ਲੱਗ ਗਏ। ਤੇ ਫਿਰ ਮੈਂ ਕਿਹਾ ਜੇ ਜੀਵਨ ਕਿਸੇ ਪਾਸੇ ਲਾਉਣਾ ਹੀ ਆ ਤੇ ਫਿਰ ਇਹੀ ਠੀਕ ਆ। ਬਈ ਜੀ ਤੁਹਾਡੇ ਬਾਰੇ ਚ ਇੱਕ ਇਹ ਤੁਹਾਡਾ ਹੋ ਗਿਆ ਕਿ ਜ਼ਿੰਦਗੀ ਕਿਵੇਂ ਕਿਵੇਂ ਕਿਹੜੇ ਕਿਹੜੇ ਮੋੜਾਂ ਤੋਂ ਆ ਕੇ ਬਦਲਦੀ ਆ। ਫਿਰ ਇੱਕ ਤੁਹਾਡੇ ਬਾਰੇ ਇਹ ਵੀ ਕਿਹਾ ਜਾਂਦਾ ਵੀ ਤੁਸੀਂ ਹੁਣ ਰਾਜਨੀਤੀ ਚ ਆ ਗਏ। ਮੈਂ ਇੱਧਰ ਨੂੰ ਵੀ ਆਉਣੀ ਆ ਵੀ ਕਿਸੇ ਨੂੰ ਕੁੱਟ ਕੇ ਮਾਫੀ ਮੰਗਵਾ ਦੇਣੀ, ਕਿਸੇ ਨੂੰ ਇਹ ਕਰ ਦੇਣਾ, ਇੱਕ ਬਦਮਾਸ਼ੀ ਵਾਲੀ ਇੱਕ ਚੀਜ਼ ਜਿਹੜੀ ਕਹਿੰਦੇ ਵੀ ਉਹਦਾ ਵੀ ਇੱਕ ਚੀਜ਼ ਤੋਂ ਲੈ ਕੇ ਆਲੋਚਨਾ ਹੋਈ ਆ। ਇਹਦਾ ਧਾਰਮਿਕਤਾ ਨਾਲ ਕਹਿ ਲਓ ਕਿ ਉਹ ਇੱਕ ਲੀਡਰ ਤੁਸੀਂ ਹੁਣ ਬਣ ਜਾਓਗੇ, ਰੱਬ ਕਰੇ ਕਿ ਤੁਸੀਂ ਜਿੱਤੋ। ਇਹ ਸਾਵੇ ਕਸ ਨਾਲ ਕੀ ਮੇਲ ਕੀ ਹੈ? ਜਿਹੜਾ ਬਾਣਾ ਨਾ ਜੀ, ਲੀਡਰ ਤੇ ਧਰਮੀ ਬੰਦੇ ਸਾਂਝੇ ਹੁੰਦੇ ਆ। ਉਹ ਉਹਨਾਂ ਦੀ ਵਿੱਚ ਜਿਹੜਾ ਸਰੀਰ ਆ, ਇਹ ਉਹ ਉਹਨਾਂ ਦੀ ਮਰਜ਼ੀ ਆ ਵੀ ਉਹਨਾਂ ਨੇ ਜਾਣਾ ਕਿਹੜੇ ਪਾਸੇ ਆ। ਜੇ ਹੁਣ ਮੰਨ ਲਓ ਅਸੀਂ ਨਿਊਟਰਲ ਆ, ਅਸੀਂ ਸਭ ਦੇ ਸਾਂਝੇ ਆ ਤੇ ਸਭ ਦਾ ਪ੍ਰੇਮ ਕਰਾਂਗੇ ਅਸੀਂ, ਪਰ ਅਸੀਂ ਸਾਂਝੇ ਜ਼ਰੂਰ ਆ, ਪਰ ਅਸੀਂ ਜ਼ੁਲਮ ਥੋੜੀ ਹੋਣ ਦੇਵਾਂਗੇ। ਜੇ ਜ਼ੁਲਮ ਨੂੰ ਰੋਕਾਂਗੇ ਤੇ ਸਾਡੇ 'ਚ ਗੁੱਸਾ ਲਾਜ਼ਮੀ ਚਾਹੀਦਾ। ਅੱਗ ਲੱਕੜ ਨੂੰ ਸਵਾਹ ਤਾਂ ਹੀ ਕਰੂਗੀ ਜੇ ਉਹਦੇ 'ਚ ਸੇਕ ਆ ਤਾਂ, ਠੀਕ ਆ ਜੀ। ਹੁਣ ਅੱਗ ਨੂੰ ਪਾਣੀ ਤੱਤਾ ਹੁੰਦਾ ਤੇ ਉਹ ਅੱਗ ਨੂੰ ਬੁਝਾ ਦਿੰਦਾ, ਪਰ ਤੱਤਾ ਪਾਣੀ ਬੰਦੇ ਨੂੰ ਵੀ ਮਚਾ ਦਿੰਦਾ। ਇਸ ਕਰਕੇ ਇਹ ਚੀਜ਼ਾਂ ਰੈਗੂਲਰ ਚੱਲਦੀਆਂ ਰਹਿੰਦੀਆਂ। ਤਵਾ ਰੋਟੀ ਲਾਉਂਦੇ ਆਪਾਂ, ਤਵੇ ਦੇ ਉੱਤੇ ਰੋਟੀ ਲਾ ਕੇ ਖਾ ਜਾਂਦੇ, ਢਿੱਡ ਭਰਦਾ, ਦੂਜਾ ਪਾਸਾ ਸਾਡਾ ਮੂੰਹ ਕਾਲਾ ਕਰ ਦੂਗਾ, ਠੀਕ ਹੈ ਜੀ। ਇਹ ਚੀਜ਼ਾਂ ਪ੍ਰੇਮ ਰਸ, ਬੀ ਰਸ ਹਰੇਕ 'ਚ ਹੁੰਦਾ। ਬਈ ਜੀ ਕਈ ਵਾਰੀ ਜਿਵੇਂ ਤੁਸੀਂ ਕੋਈ ਚੀਜ਼ ਨੂੰ ਕਹਿੰਦੇ ਵੀ ਇਹ ਗਲਤ ਆ, ਤੁਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਕੰਟਰੋਲ ਕਰਨ ਦੀ, ਕੁੱਟ ਕੇ, ਗੁੱਸੇ 'ਚ, ਜੋ ਵੀ ਆ, ਕਿਸੇ ਦੂਜੇ ਬੰਦੇ ਦੀ ਨਜ਼ਰ 'ਚ ਇਹ ਚੀਜ਼ ਵੀ ਗਲਤ ਹੁੰਦੀ ਹੈ ਕਿ ਤੁਸੀਂ ਇਹ ਕਰ ਰਹੇ ਹੋ। ਤੈਅ ਕੌਣ ਕਰੂਗਾ ਕਿ ਜੋ ਤੁਸੀਂ ਚੀਜ਼ ਨੂੰ ਜਿਹੜੀ ਤੁਹਾਡੀ ਨਜ਼ਰ 'ਚ ਗਲਤ ਆ ਉਹ ਦੂਜੇ ਦੀ ਨਜ਼ਰ 'ਚ ਵੀ ਗਲਤ ਹੋਵੇ? ਤੈਅ ਕੌਣ ਕਰਦਾ ਕਿ ਆਹ ਚੀਜ਼ ਗਲਤ ਆ ਤੇ ਇਹ ਸਹੀ ਆ? ਅਸੂਲ ਨਹੀਂ, ਬੰਦੇ ਦੀ ਪੜ੍ਹੀਆਂ ਹੋਈਆਂ ਕਿਤਾਬਾਂ ਲਾਇਬ੍ਰੇਰੀਆਂ ਇਨਕਲਾਬ ਪੈਦਾ ਕਰਦੀਆਂ, ਉਹ ਬੰਦ ਆ। ਅੱਜ ਨਸ਼ੇ ਗੁਲਾਮੀ ਪੈਦਾ ਕਰਦੇ ਤੇ ਠੇਕੇ ਖੁੱਲੇ ਆ। ਜਿਹੜਾ ਬੰਦਾ ਜਿੰਨਾ ਵੱਧ ਪੜ੍ਹਿਆ ਲਿਖਿਆ ਵਿਚਰਿਆ ਹੋਊਗਾ ਉਹਦੇ ਦਿਮਾਗ ਨੇ ਕੰਮ ਕਰ ਜਾਣਾ, ਇਹ ਸਹੀ ਆ ਜਾਂ ਗਲਤ ਆ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹਦੇ ਰਸਤੇ 'ਚ ਗਿੱਧੇ ਭੰਗੜੇ ਦੇ ਬੁੱਤ ਲੱਗੇ ਆ। ਮੈਨੂੰ ਨਹੀਂ ਪਤਾ ਸੀ ਉਹ ਕਾਹਤੋਂ ਲੱਗੇ ਆ, ਕੀ ਲੱਗੇ ਆ। ਮੈਂ ਵੀ ਉਹਦੇ ਤੋਂ ਗੁਜ਼ਰ ਗਿਆ ਸੀ ਵੇਖ ਕੇ, ਪਰ ਮੇਰੇ ਮਨ 'ਚ ਆਇਆ ਯਾਰ ਇਹ ਸੋਭਾ ਨਹੀਂ ਦਿੰਦੇ, ਪਰ ਮੈਂ ਉਹਨੂੰ ਰੋਕਿਆ ਨਹੀਂ। ਮੈਂ ਉਦੋਂ ਕਥਾ ਹਜੇ ਸੁਣਦਾ ਸੀਗਾ ਤੇ ਜਦੋਂ ਮੈਂ 2-4 ਦਿਨ ਲੰਘੇ ਨਾ ਜੀ, ਤੇ ਕਥਾ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਆ ਗਈ। ਜਦੋਂ ਕਥਾ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਆ ਗਈ, ਇਹਦੇ 'ਚ ਹੋਰ ਕਈ ਗੱਲਾਂ, ਬੰਦੇ ਦਾ ਦਿਮਾਗ ਬਹੁਤ ਆ। ਜਦੋਂ ਬੰਦਾ ਕੋਈ ਫਿਲਮ ਵੇਖਦਾ, ਗੀਤ ਵੇਖਦਾ, ਕਹਾਣੀ ਸੁਣਦਾ, ਪੜ੍ਹਦਾ, ਉਹ ਆਪਦੀ ਸੁਤਾ ਨੂੰ ਉਸ ਕਹਾਣੀ ਦੇ ਵਿੱਚ ਹੀ ਲੈ ਜੇ ਤੇ ਉਹਨੂੰ ਫੇਰ ਪਤਾ ਲੱਗੂਗਾ ਵੀ ਕੀ ਸਹੀ ਆ ਕੀ ਗਲਤ ਆ। ਮੈਂ ਉਹ ਜਿਹੜੀ ਕਥਾ ਸੁਣੀ ਸੀ, ਸਾਰੀਆਂ ਸੁਣੀਆਂ, ਤੇ ਉਹਦੇ ਮੈਂ ਵਿੱਚ ਆਪ ਗਿਆ ਸੀ। ਮੈਂ ਵੇਖ ਰਿਹਾ ਸੀ ਭਾਈ ਸੁੱਖਾ ਸਿੰਘ ਹੋਣੀ ਉੱਥੋਂ ਤੁਰਦੇ ਆ, ਭਾਈ ਮਹਿਤਾਬ ਸਿੰਘ ਹੋਣੀ, ਉਹਨਾਂ ਦਾ ਕੀ ਰੀਜਨ ਆ, ਕਿਵੇਂ ਆ। ਮੈਂ ਵੇਖ ਲਿਆ ਵੀ ਦਰਬਾਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਬਾਦਲਾਂ ਦੇ ਹੱਥ 'ਚ ਆ ਤੇ ਇਹ ਮੱਸੇ ਰੰਗੜ ਦੇ ਹੱਥ 'ਚ ਆ। ਹੁਣ ਜਿਹੜੇ ਲੱਗੇ ਆ ਬੁੱਤ, ਉਹ ਸੈਂਟਰ ਗਵਰਨਮੈਂਟ 'ਚ ਉਦੋਂ ਡਾਕਟਰ ਮਨਮੋਹਨ ਸਿੰਘ ਸੀ, ਉਹ ਕਾਂਗਰਸੀ ਆ, ਥੱਲੇ ਸਰਕਾਰ ਬਾਦਲਾਂ ਦੀ ਆ। ਧੰਨਵਾਦ ਉਹਦਾ ਕਿਹਨੇ ਕੀਤਾ? ਗਿਆਨੀ ਹਰਨਾਮ ਸਿੰਘ, ਦੰਦ ਟਕਸਾਲ ਦੇ ਮੁਖੀ। ਜਦੋਂ ਵੇਖ ਲਿਆ ਧਰਮੀ, ਸਿਆਸਤੀ, ਸੈਂਟਰ ਗਵਰਨਮੈਂਟ ਸਾਰੇ ਸਾਡੇ ਦੁਸ਼ਮਣ ਬਣ ਗਏ, ਤੇ ਫਿਰ ਗਾਂ ਨਿਸ਼ਾਨਾ ਕੀ ਆ? ਨਿਸ਼ਾਨਾ ਦਰਬਾਰ ਸਾਹਿਬ ਆ। ਬੁੱਤ ਰਾਹ ਚਲਾਤੇ, ਉਹਦੇ 'ਚ ਸਾਡਾ ਵਿਰੋਧ ਥੋੜਾ ਜਿਹਾ ਹੋਇਆ, ਲੋਕਾਂ ਨੇ ਕੀਤਾ, ਉਹਨਾਂ ਨੂੰ ਨਹੀਂ ਪਤਾ ਸੀ, ਆਪਾਂ ਨੇ ਉਹਨਾਂ ਨੂੰ ਕੋਈ ਜਵਾਬ ਦਿੱਤਾ। ਕਿਸੇ ਧਾਰਮਿਕ ਜਗ੍ਹਾ ਨੂੰ ਨਾਪਾਕ ਕਰਨ ਲਈ ਉਹਨਾਂ ਦੀ ਕੋਸ਼ਿਸ਼ ਸੀ ਵੀ ਇਹਨੂੰ ਐਕਟਰਖਾਨਾ ਬਣਾ ਦਿਓ,
ਇੱਥੇ ਆ ਕੇ ਲੋਕ ਟਿਕਟੌਕ ਤੇ ਵੀਡੀਓ ਬਣਾਉਣਗੇ, ਨੱਚਣਗੇ। ਜਿਹੜਾ ਕੁਝ ਬਾਹਰ ਹੋ ਰਿਹਾ ਤੁਸੀਂ ਮੈਨੂੰ ਦੱਸੋ, ਦਰਬਾਰ ਸਾਹਿਬ ਕੁੜੀਆਂ ਨੱਚ ਕੇ ਵੀਡੀਓ ਨਹੀਂ ਬਣਾਉਣ ਲੱਗ ਗਈਆਂ ਸੀ? ਪਿੱਛੇ ਕੰਟਰੋਲ ਹੋਇਆ 6 ਮਹੀਨੇ। ਕਿਉਂ? ਸਾਡੀ ਡਿਊਟੀ ਉੱਥੇ ਅਸੀਂ ਪੱਕੀ ਲਾਤੀ ਸੀ। ਚਾਹੇ ਮੁੰਡਾ ਚਾਹੇ ਕੁੜੀ ਇੱਕ ਵਾਰੀ ਬਾਹਰ ਲਿਆਓ, ਪਿਆਰ ਨਾਲ ਸਮਝਾਓ, ਜੇ ਨਹੀਂ ਤੇ ਫਿਰ ਆਪਦਾ ਛਿੱਤਰ ਬੋਲਾ ਕਰ ਦੋ, ਕੋਈ ਚੱਕਰ ਨਹੀਂ। ਜੇ ਪਵਿੱਤਰਤਾ ਬਚਾਉਣੀ ਆ, ਜੇ ਸਾਡੇ ਧਾਰਮਿਕ ਗ੍ਰੰਥ, ਸਾਡੇ ਧਾਰਮਿਕ ਸਥਾਨ, ਉਹ ਚਾਹੇ ਹਿੰਦੂ, ਮੁਸਲਿਮ, ਸਿੱਖ, ਈਸਾਈ ਕਿਸੇ ਦੇ ਹੋਣ, ਜੇ ਉਹ ਜਿਉਂਦੇ ਰਹਿਣਗੇ ਤਾਂ ਇਨਸਾਨੀਅਤ ਜਿਉਂਦੀ ਰਹੂਗੀ, ਤੇ ਨਹੀਂ ਖਤਮ ਹੋ ਜਾਊਗੀ। ਅਸੀਂ ਉਹਦੇ ਤੇ ਧਿਆਨ ਦਿੱਤਾ। ਸੈਂਟਰ ਗੌਰਮੈਂਟ ਨੂੰ, ਪੰਜਾਬ ਗੌਰਮੈਂਟ ਨੂੰ, ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਸ਼੍ਰੋਮਣੀ ਕਮੇਟੀ ਨੂੰ, DC ਸਾਹਿਬ ਨੂੰ ਚਿੱਠੀਆਂ ਲਿਖੀਆਂ। ਵੀ ਜੀ ਇਕੱਲੇ ਬੁੱਤ ਹਟਾਉਣ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹਦੀ ਪਵਿੱਤਰਤਾ ਬਚਾਉਣ ਦੇ ਵਿੱਚ ਕਾਮਯਾਬ ਹੋ ਸਕਦੇ ਆ, ਜਦਕਿ ਹੁਣ ਥੋੜੇ ਦਿਨ ਪਹਿਲਾਂ ਦਰਬਾਰ ਸਾਹਿਬ, ਜਿੱਥੇ ਇੰਨੀ ਸਿਕਿਉਰਿਟੀ, ਕੈਮਰੇ, ਸਭ ਕੁਝ ਦੇ ਬਾਵਜੂਦ ਉੱਥੇ ਕਿਸੇ ਨੇ ਹਿੰਮਤ ਕਰ ਦਿੱਤੀ ਬੇਅਦਬੀ ਕਰਨ ਦੀ? ਦੇਖੋ ਜੀ, ਜਦੋਂ ਅਸੀਂ ਸਕੂਲ ਦੇ ਵਿੱਚ ਦਾਖਲਾ ਲੈਂਦੇ ਆ, ਸਕੂਲ 10ਵੀਂ ਤੱਕ ਆ, 10 ਪੜ੍ਹ ਕੇ ਅਸੀਂ 11ਵੀਂ 'ਚ ਜਾਵਾਂਗੇ। ਜੇ ਅਸੀਂ ਸੇਵਾ ਕੀਤੀ, ਸ਼ਹੀਦ ਪਰਿਵਾਰਾਂ 'ਚ ਗਏ ਆ, ਲੋੜਵੰਦ ਪਰਿਵਾਰਾਂ 'ਚ ਗਏ ਆ, ਪੈਸੇ ਦਾ ਪਹਿਰਾ ਵੱਧ ਗਿਆ, ਜ਼ਿਆਦਾ ਆਉਣ ਲੱਗ ਗਿਆ, ਫਿਰ ਅਸੀਂ ਦੂਜੇ ਲੋਕਾਂ ਦੀ ਮਦਦ ਕਰਨ ਲੱਗੇ। ਰਾਜਨੀਤੀ 'ਚ ਆ ਗਏ ਆ, ਸਾਡੇ ਹੱਥ ਪਾਵਰ ਆਜੂ, ਸਿਸਟਮ ਬਦਲਾਂਗੇ। ਇਹ ਨੌਜਵਾਨਾਂ ਦੇ ਹੱਥ 'ਚ ਆ। ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ, BJP, ਆਜ਼ਾਦ ਬੰਦੇ ਸ਼ਹਿਰਾਂ ਪਿੰਡਾਂ 'ਚ ਤੁਰੇ ਫਿਰਦੇ ਵੋਟਾਂ ਮੰਗਦੇ। ਅਸੀਂ ਕਿਸੇ ਕੋਲੇ ਨਹੀਂ ਗਏ ਹਜੇ ਤੱਕ। ਅਸੀਂ ਚੋਣਾਂ 'ਚ ਖੜ ਗਏ MLA ਸ੍ਰੀ ਤਰਨਤਾਰਨ ਸਾਹਿਬ ਤੋਂ, ਸਾਨੂੰ 80 ਪਿੰਡ ਪੈਂਦੇ ਆ। ਜਿੱਤ ਗਏ ਤੇ ਲੋਕ ਜਿੱਤਣਗੇ, ਹਾਰ ਗਏ ਤਾਂ ਲੋਕ ਹਾਰਨਗੇ। ਅਸੀਂ ਕੱਲ ਵੀ MLA ਸੀ, ਅੱਜ ਵੀ MLA ਆ, ਤੇ ਕੱਲ ਨੂੰ ਵੀ MLA ਆ। ਮੈਂ ਇਸੇ ਸਵਾਲ ਤੇ ਆਉਣਾ ਸੀ, ਸਾਡੀਆਂ ਗੱਲਾਂ ਕੁਝ ਹੋਰ ਪਾਸੇ ਮੁੜ ਗਈਆਂ। ਇੱਕ ਸਮਾਜ ਸੇਵੀ ਜਿਹੜਾ ਪਹਿਲਾਂ ਹੀ ਸਮਾਜ ਦੀ ਸੇਵਾ ਕਰ ਰਿਹਾ, ਤੇ ਹਾਲਾਂਕਿ ਰਾਜਨੀਤਿਕ ਲੋਕ ਵੀ ਕਹਿੰਦੇ ਆ ਵੀ ਰਾਜ ਨਹੀਂ, ਸਾਨੂੰ ਤਾਂ ਸੇਵਾ ਚਾਹੀਦੀ ਆ, ਤੇ ਇੱਕ ਰਾਜਨੀਤਿਕ ਸੇਵਾ ਵੀ ਹੁੰਦੀ ਆ। ਸਮਾਜ ਸੇਵੀ ਨੂੰ ਰਾਜਨੀਤੀ 'ਚ ਆਉਣ ਦੀ ਕੀ ਲੋੜ ਪੈ ਗਈ? ਸਿਮਰਨਜੀਤ ਮਾਨ ਜੀ ਨੇ ਆਪ ਟਿਕਟ ਦਿੱਤੀ ਆ ਕਿ ਮੰਗੀ ਤੁਸੀਂ? ਰਾਜਨੀਤੀ 'ਚ ਆਉਣ ਦੀ ਲੋੜ ਇਹ ਪੈ ਗਈ ਆ ਜੀ, ਪਾਵਰ ਸਾਨੂੰ ਚਾਹੀਦੀ ਆ। ਜਦੋਂ ਅਸੀਂ ਕਿਤੇ ਅੜਦੇ ਆ, ਕਿਤੇ ਬੇਅਦਬੀ ਦਾ ਮਸਲਾ, ਕਿਸੇ ਧੀ ਭੈਣ ਦਾ ਮਸਲਾ, ਕਿਸੇ ਗਰੀਬ ਪਰਿਵਾਰ ਦੀ ਜ਼ਮੀਨ ਦਾ ਮਸਲਾ, ਸ਼ਹੀਦਾਂ ਪਰਿਵਾਰਾਂ ਦੀਆਂ ਜ਼ਮੀਨਾਂ ਨੱਪੀਆਂ ਗਈਆਂ ਉਹਨਾਂ ਦਾ ਮਸਲਾ, ਡਾਂਗ ਦੇ ਜ਼ੋਰ ਤੇ ਤਾਂ ਅਸੀਂ 24 ਘੰਟੇ 'ਚ ਕਬਜ਼ਾ ਲੈ ਲਾਂਗੇ, ਚਾਹੇ ਸਾਨੂੰ ਵਿਧਾਨ ਸਭਾ ਦਾ ਹੀ ਲੈਣਾ ਪੈ ਜੇ। ਸੰਤਾਂ ਨੇ ਵੀ ਇਹ ਗੱਲ ਆਖੀ ਸੀ, ਵੋਟਾਂ ਦੇ ਸਿਰ ਤੇ, ਜ਼ੋਰ ਦੇ ਸਿਰ ਤੇ, ਜਿੱਦੇ ਮਰਜ਼ੀ ਗੌਰਮੈਂਟ ਸਾਡੇ ਨਾਲ ਚੈਲੰਜ ਕਰੇ, ਅਸੀਂ ਜਿੱਤ ਲਾਂਗੇ। ਜੇ ਅਸੀਂ ਪ੍ਰੇਮ ਨਾਲ ਇਹ ਚੀਜ਼ ਚਾਹੁੰਦੇ ਆ, ਤੇ ਸਾਨੂੰ ਇਹ ਅਹੁਦੇ ਚਾਹੀਦੇ ਆ। ਸਰਦਾਰ ਸਿਮਰਜੀਤ ਸਿੰਘ ਮਾਨ ਬਹੁਤ ਵੱਡੀ ਹਸਤੀ ਆ। ਜਦੋਂ ਅਸੀਂ ਉਹਨਾਂ ਵੱਲ ਵੇਖਦੇ ਆ ਤੇ ਅਸੀਂ ਅੰਦਾਜ਼ੇ ਲਾਉਂਦੇ ਆ। ਬੰਦਾ ਪਹਿਰਾਵਾ ਵੇਖ ਕੇ ਇਹ ਅੰਦਾਜ਼ਾ ਲਾ ਲੈਂਦਾ ਵੀ ਇਹ ਯਾਰ ਇਹ ਬੰਦਾ ਸਹੀ ਨਹੀਂ। ਜਿੰਨਾ ਚਿਰ ਉਹ ਬੰਦੇ ਦੀ ਜ਼ਿੰਦਗੀ ਬਾਰੇ ਨਹੀਂ ਜਾਣਦੇ, ਉਹਦੇ ਨਾਲ ਵਿਚਰਦੇ ਨਹੀਂ, ਸਾਨੂੰ ਨਹੀਂ ਪਤਾ ਲੱਗਣਾ ਕਿਹੋ ਜਿਹਾ। ਸਰਦਾਰ ਸਿਮਰਜੀਤ ਸਿੰਘ ਜੀ ਮਾਨ ਹੋਣਾ ਨੇ ਇੰਨੀ ਕੁ ਜ਼ਮੀਨ ਤਾਂ ਦਾਨ ਹੀ ਕਰਤੀ ਜਿੰਨੀ ਹਜੇ ਲੋਕਾਂ ਕੋਲੇ ਹੈ ਨਹੀਂ। ਉਹਨਾਂ ਨੇ ਦਾਨ ਕੀਤੀ ਹੋਈ ਆ। ਸਰਦਾਰ ਸਿਮਰਜੀਤ ਸਿੰਘ ਜੀ ਮਾਨ ਹੋਣਾ ਨੇ ਆਪਦੇ ਕਿੱਡੇ ਕਿੱਡੇ ਅਹੁਦਿਆਂ ਤੋਂ ਅਸਤੀਫੇ ਦੇਤੇ। ਦਰਬਾਰ ਸਾਹਿਬ ਤੇ ਹਮਲਾ ਹੋਇਆ, ਸੰਤਾਂ ਨੇ ਵੀ ਇਹਨਾਂ ਦੀ ਗੱਲ ਕੀਤੀ ਸੀ। ਸਰਦਾਰ ਸਿਮਰਜੀਤ ਸਿੰਘ ਜੀ ਮਾਨ ਹੋਣਾ ਦਾ ਅਸੀਂ ਕਰਦੇ ਤਾਂ ਬਹੁਤ ਆ, ਪਰ ਜ਼ਿੰਦਗੀ 'ਚ ਮਿਲੇ ਨਹੀਂ ਹਜੇ ਤੱਕ, ਤੇ ਨਾ ਹੀ ਫੋਨ ਤੇ ਗੱਲ ਹੋਈ ਆ। ਤੁਹਾਨੂੰ ਟਿਕਟ ਮਿਲ ਗਈ, ਤੁਸੀਂ ਮਿਲੇ ਨਹੀਂ? ਹਾਂਜੀ, ਆਪਣੇ ਆਪ ਦਿੱਤੀ ਉਹਨਾਂ ਨੇ ਟਿਕਟ? ਅਸੀਂ ਜੀ ਬੈਠੇ ਸੀਗੇ ਜਲੰਧਰ, ਸਿੰਘ ਗੱਲ ਕਰੀ ਜਾਣ, ਕਹਿੰਦੇ ਇਲੈਕਸ਼ਨ ਆ ਗਏ। ਸਾਡਾ ਨਾ ਇੱਕ ਸੱਜੀ ਬਾਂਹ ਹੀ ਆ, ਵੀਰ ਰਣਜੀਤ ਸਿੰਘ ਸੋਲ, ਪਿੱਛੇ ਜੇ ਗੌਰਮੈਂਟ ਨੇ ਫੜ ਕੇ ਉਹਦੇ ਤੇ ਹੈਂਡ ਗ੍ਰਨੇਡ ਪਾ ਕੇ ਜੇਲ੍ਹ ਭੇਜਤਾ। ਤੁਸੀਂ ਸਾਰਾ ਸਾਡਾ ਗਰੁੱਪ ਖਤਰੇ 'ਚ ਆ। ਮੈਂ ਨਾਲ ਦੇ ਸਿੰਘਾਂ ਨੂੰ ਕਿਹਾ ਤੁਸੀਂ ਗੁਪਤ ਹੋ ਜਾਓ ਤੇ ਆਪਦੇ ਰਿਸ਼ਤੇਦਾਰੀਆਂ 'ਚ ਰਹੋ, ਤੇ ਮੈਂ ਪੰਜਾਬ ਛੱਡਣ ਲੱਗਾ। ਮੈਂ ਤੇ ਮੇਰੇ ਨਾਲ ਦੇ ਸਿੰਘਾਂ ਨੇ 2 ਜਾਣੇ ਸੀ, ਅਸੀਂ ਹਜੂਰ ਸਾਹਿਬ ਉੱਠ ਗਏ ਵੀ 2 ਮਹੀਨੇ ਰਹਿ ਗਏ ਇਲੈਕਸ਼ਨਾਂ 'ਚ, ਤੇ ਆਪਾਂ ਬਹਿ ਕੇ ਬਾਣੀ ਪੜ੍ਹਨੀ ਆ, ਤੇ ਜੇ ਫੜੇ ਗਏ ਤਾਂ ਫੜੇ ਗਏ। ਉੱਥੇ ਜਾ ਕੇ ਮੈਂ ਕਿਹਾ ਵੀ ਆਪਾਂ, ਉਹ ਕਹਿੰਦੇ ਬਾਈ ਕਾਹਤੋਂ? ਮੈਂ ਕਿਹਾ ਜਦੋਂ ਇਲੈਕਸ਼ਨ ਹੁੰਦੇ ਆ ਨਾ ਬਾਈ, ਉਦੋਂ ਜਿਹੜੀਆਂ ਪਾਰਟੀਆਂ ਨਾ ਦੂਜੀਆਂ ਸਿਆਸਤ ਖੇਡਦੀਆਂ, ਤੇ ਸਿਆਸਤ 'ਚ ਪਰਚੇ ਹੁੰਦੇ, ਤੇ ਆਪਾਂ ਬੁੜਕ ਜਾਾਂਗੇ। ਹੁਣ ਆਪਾਂ ਇੱਥੇ ਚੱਲਦੇ ਆ। ਤੇ ਸਾਡੀ ਨਾ ਤਰੀਕ ਸੀ 13 ਜਨਵਰੀ ਕੋਰਟ ਦੇ ਵਿੱਚ ਬੁੱਤਾਂ ਵਾਲੀ। ਤੇ ਜਦੋਂ ਤਰੀਕ ਤੇ ਆਏ, ਫਿਰ ਸਮਾਗਮ ਆ ਗਏ, ਟੂਰਨਾਮੈਂਟ ਆ ਗਏ, ਲੋਕ ਸੱਦਣ ਲੱਗ ਗਏ, ਰੌਲੇ ਰੱਪੇ ਆ ਗਏ। ਤੇ ਮੈਂ ਉੱਥੇ ਬੈਠਾ, ਮੈਂ ਕਿਹਾ ਯਾਰ MLA ਨਾ ਖੜ ਜਗੇ ਕੀ ਯਾਦ ਕਿਤੋਂ। ਜੇ ਆਪਣੇ ਕੋਲੇ ਪਾਵਰ ਹੋਊਗੀ ਤੇ ਆਪਾਂ ਨੂੰ ਪੁਲਿਸ ਨਹੀਂ ਫੜਦੀ, ਗਲਤ ਆਪਾਂ ਕੋ ਕਰਦੇ ਨਹੀਂ। ਉਹ ਕਹਿੰਦੇ ਜਿੱਥੋਂ ਮਰਜ਼ੀ ਯਾਦ ਖੜਜ ਕੇ। ਮੈਂ ਕਿਹਾ ਪੈਸਾ ਬਹੁਤ ਚਾਹੀਦਾ, ਪੈਸਾ ਆਪਾਂ ਲਾ ਨਹੀਂ ਸਕਦੇ, ਤੇ ਕੋਈ ਚੱਕਰ ਨਹੀਂ, ਖੜ ਜਾਂਦੇ ਆ। ਆਹ ਗੱਲ ਕਹਿ ਕੇ ਅਸੀਂ ਉਹਦੇ ਕਹਿਣ ਵਾਂਗੂ ਵੀ ਲੱਲੂ ਕਰੇ ਕਵੱਲੀਆਂ ਤੇ ਰੱਬ ਸਿੱਧੀਆਂ ਪਾਉਂਦਾ, ਮੈਂ ਕਹਿ ਕੇ ਤੁਰ ਪਿਆ ਤੇ ਘਰੇ ਜਾ ਕੇ ਸੌਂ ਗਿਆ। 2 ਦਿਨਾਂ ਬਾਅਦ ਸਾਡੇ ਯਾਰ ਦੋਸਤ ਦਾ ਫੋਨ ਆ ਗਿਆ, ਕਹਿੰਦੇ ਬਾਈ ਵੀ ਇੱਕ ਪਾਰਟੀ ਆਈ ਆ। ਉਹ ਕਹਿੰਦੇ ਵੀ ਸਾਡੇ ਕੋਲੇ ਦਸੂਹਾ ਏਰੀਆ, ਤੇ ਉੱਥੋਂ ਕੋਈ ਉਮੀਦਵਾਰ ਹੈ ਨਹੀਂ, ਤੇ ਕੋਈ ਬੰਦਾ ਦੋ, ਤੇ ਜੇ ਤੂੰ ਕਹਿਣਾ ਤਾਂ ਮੈਂ ਕਿਹਾ ਮਾਨ ਸਾਹਿਬ। ਉਹ ਕਹਿੰਦੇ ਵੀ ਠੀਕ ਆ। ਮੈਂ ਉੱਥੇ ਮੀਟਿੰਗ ਕਰਨ ਵੀ ਗਿਆ ਸੀ। ਮੈਂ ਕਿਹਾ ਵੀ ਨਹੀਂ, ਇੱਥੋਂ ਨਹੀਂ,
ਹੋਰ ਕਿਤੋਂ ਤਰਨਤਾਰਨ ਸਾਹਿਬ ਤੋਂ ਟਿਕਟ ਦਿਓ ਜੇ ਦੇਣੀ ਆ ਤਾਂ, ਨਹੀਂ ਇਹ ਪੰਥਕ ਏਰੀਆ। ਇੱਥੋਂ ਦੇ ਨੌਜਵਾਨ ਜਦੋਂ ਵੀ ਕੋਈ ਲਹਿਰ ਉੱਠੀ ਆ ਇੱਥੋਂ ਹੀ ਉੱਠੀ ਆ, ਮਾਝੇ ਤੋਂ। ਉਹਨੇ ਚਾਹੇ ਪੰਜਾਬ ਨੂੰ ਖਤਮ ਕਰਨਾ ਤੇ ਚਾਹੇ ਪੰਜਾਬ ਨੂੰ ਤਾਂ ਲੈ ਕੇ ਜਾਣਾ। ਇੱਥੋਂ ਦੇ ਲੋਕ ਆ ਜਿਹੜੇ ਉਹ ਸਮਝਦੇ ਆ ਬੰਦੇ ਨੂੰ ਵੀ ਯਾਰ ਆਹ ਬੰਦਾ ਸਹੀ ਆ, ਆਹ ਗਲਤ ਆ। ਇੱਥੇ ਨੌਜਵਾਨ ਫੈਸਲੇ ਖੁਦ ਕਰਦੇ ਆ। ਇਸ ਕਰਕੇ ਇਹ ਮੈਂ ਏਰੀਆ ਚੁਣਿਆ ਸੀ। ਮਾਨ ਸਾਹਿਬ ਨੇ ਟਿਕਟ ਦਾ ਅਨਾਉਂਸਮੈਂਟ ਕੀਤੀ ਪਰ ਮੈਂ ਮਾਨ ਸਾਹਿਬ ਨੂੰ ਨਹੀਂ ਮਿਲਿਆ ਅਜੇ ਤੱਕ। ਇਸ ਕਰਕੇ ਅਸੀਂ ਤਰਨਤਾਰਨ ਸਾਹਿਬ ਤੋਂ ਆ ਕੇ ਖੜੇ ਆ ਤੇ ਅਸੀਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਤੇ ਪਰ ਕੋਸ਼ਿਸ਼ ਆ ਪੂਰੀ। ਸਾਨੂੰ ਅੱਗੇ ਮੈਂ ਕਿਹਾ ਕੋਈ ਪ੍ਰੋਬਲਮ ਨਹੀਂ ਹੈਗੀ MLA, ਕਿਉਂਕਿ ਸਾਡੇ ਜਿੱਥੇ ਖੜ ਜੀਏ ਨਾ ਅਸੀਂ, ਜੇ ਹੁਣ ਅਸੀਂ ਮੰਨ ਲਓ ਜਲੰਧਰ ਰਹਿੰਦੇ ਆ, ਜਦੋਂ ਜਲੰਧਰ ਦੀ ਲੋਕੇਸ਼ਨ ਪਤਾ ਲੱਗ ਗਈ ਉੱਥੇ ਫੈਸਲੇ ਕਰਨ ਲੱਗ ਜਾਂਦੇ ਜਾ ਕੇ ਅਸੀਂ ਪਿੰਡਾਂ 'ਚ ਵੀ ਧੱਕਾ ਨਹੀਂ। ਕੇਸ ਕੋਈ ਵੀ ਆ ਪਰਿਵਾਰਾਂ 'ਚ ਬਹਿ ਕੇ ਨਿਬੇੜ ਲਓ, ਇਹ ਗੌਰਮੈਂਟਾਂ ਨੇ ਕੁਛ ਨਹੀਂ ਦੇਣਾ। ਚੋਰੀ ਦੇ ਕੇਸ ਤੋਂ ਲੈ ਕੇ ਬੰਬ ਧਮਾਕੇ ਤੱਕ ਦੇ ਕੇਸ ਦੀ ਗੱਲ ਕਰ ਲਓ, ਪਰਿਵਾਰ ਉੱਜੜ ਜਾਣਗੇ ਪਰ ਕੋਰਟ ਨੇ ਫੈਸਲਾ ਨਹੀਂ ਦੇਣਾ ਬੰਦਾ ਕਿਹੜਾ ਸਹੀ ਗਲਤ। ਮੈਂ ਇਹ ਜਾਣਨਾ ਚਾਹੁੰਦੀ ਆ ਕਿ ਜੇ ਤੁਸੀਂ ਜਿੱਤ ਜਾਂਦੇ ਹੋ ਇੱਥੋਂ, ਤੁਹਾਨੂੰ ਲੋਕ ਜਿਤਾ ਦਿੰਦੇ ਆ, ਤਾਂ ਤੁਸੀਂ ਫੈਸਲੇ ਕਿਵੇਂ ਕਰੋਗੇ? ਕਾਨੂੰਨ ਦੇ ਅਨੁਸਾਰ ਜਾਂ ਫਿਰ ਆਪਣੇ ਧਾਰਮਿਕ ਅਸੂਲਾਂ ਦੇ ਅਨੁਸਾਰ? ਮੈਂ ਤੁਹਾਨੂੰ ਦੱਸਦਾ ਜੀ, ਅਸੀਂ ਜਿੱਤੇ ਹੋਏ ਹਾਂ ਸ਼ੁਰੂ ਤੋਂ ਹੀ। ਅਸੀਂ ਲੋਕਾਂ ਲਈ ਆਏ ਆ। ਜੇ ਮਾਝਾ ਏਰੀਆ ਹਰਾ ਦੂਗਾ ਉਹ ਆਪ ਹੀ ਹਾਰ ਜੂਗਾ, ਜੇ ਜਿਤਾ ਦੂਗਾ ਆਪ ਹੀ ਜਿੱਤ ਜੂਗਾ। ਕਿਉਂਕਿ ਅਸੀਂ ਕੋਈ ਪ੍ਰਾਪਰਟੀ 0% ਪ੍ਰਾਪਰਟੀ ਆ ਮੇਰੇ ਕੋਲ, ਕੋਈ ਬੈਂਕ ਅਕਾਊਂਟ ਨਹੀਂ, ਕੋਈ ਜ਼ਮੀਨ ਵੱਟ ਨਹੀਂ ਮੇਰੇ ਕੋਲ ਇੱਕ ਵੀ, ਮਰਲਾ ਤਾਂ ਦੂਰ ਦੀ ਗੱਲ ਆ। ਕੋਈ ਘਰ ਨਹੀਂ ਨਾ ਆਪਾਂ ਜਾਣਾ, ਮੰਮੀ ਡੈਡੀ ਹੁਣੀ ਹੈਗੇ ਪਿੰਡ ਆਪਦਾ ਰਹਿਣ ਨਜ਼ਾਰੇ ਲੈਣ। ਅਸੀਂ ਇੱਕ ਖਾਲਸਾ ਅਦਾਲਤ ਹੀ ਹੋ ਸਾਡੀ ਅਸੀਂ ਗੌਰਮੈਂਟ ਤੋਂ ਉਹ ਜਿਹੜਾ ਸੰਵਿਧਾਨ ਆ ਉਹਦੇ ਤੋਂ ਬਾਹਰ ਤਾਂ ਨਹੀਂ ਜਾਣਾ ਹੈ, ਤਾਂ ਅਸੀਂ ਇਸ ਦੇਸ਼ ਦੇ ਹੀ ਆ। ਪਰ ਇਹ ਆ ਵੀ ਉਹਦੇ ਐਂਟਰ ਵੀ ਨਹੀਂ ਹੋਣਾ ਵਿੱਚ। ਲੋਕਾਂ ਨੂੰ ਇਹ ਸਮਝਾਉਣਾ ਵੀ ਤੁਸੀਂ ਅੱਜ ਇੱਕ ਦੂਜੇ ਦੇ ਸਿਰ ਪਾੜਤੇ ਆ, ਤੁਹਾਨੂੰ 24 ਘੰਟੇ ਦਿੱਤੇ ਇੱਥੇ ਬਹਿ ਕੇ ਆਪਦਾ ਨਿਬੇੜ ਲਗੇ। ਪਰ ਬਾਈ ਜੀ ਤੁਸੀਂ ਕਹਿ ਰਹੇ ਹੋ ਕਿ ਇੱਕ ਆਪਣੀ ਇੱਕ ਅਦਾਲਤ ਹੋਊਗੀ, ਸੰਵਿਧਾਨ ਤੋਂ ਬਾਹਰ ਵੀ ਨਹੀਂ ਜਾਣਾ, ਪਰ ਸੰਵਿਧਾਨ ਦੀ ਈਨ ਵੀ ਨਹੀਂ ਮੰਨਣੀ। ਪਰ ਉਸ ਤਰੀਕੇ ਨਾਲ ਤੁਸੀਂ ਜਿਉਂ ਹੀ ਰਹੇ ਸੀਗੇ। ਫਿਰ ਇਲੈਕਸ਼ਨ ਜਿਹੜੀ ਹੈ ਇੱਕ ਸੰਵਿਧਾਨਕ ਲੋਕਤਾਂਤਰਿਕ ਹੱਕ ਹੈ, ਇਲੈਕਸ਼ਨ ਲੜਨਾ, ਇਲੈਕਸ਼ਨ ਦੇ ਵਿੱਚੋਂ ਜਿੱਤਣਾ। ਫਿਰ ਤੁਹਾਨੂੰ ਇਹ ਚੀਜ਼ ਦੀ ਕੀ ਲੋੜ ਪੈ ਗਈ ਜਦੋਂ ਕਿ ਤੁਸੀਂ ਆਪਣੀ ਅਦਾਲਤ ਦੇ ਵਿੱਚ ਆਪਣੇ ਤਰੀਕੇ ਨਾਲ ਫੈਸਲੇ ਕਰ ਸਕਦੇ ਹੋ? ਇਹ ਇੱਕ ਪਾਵਰ ਆ, ਜਿਹੜਾ MLA ਦੀ ਸੀਟ ਆ ਇੱਕ ਪਾਵਰ ਆ। ਜਿੰਨਾ ਚਿਰ ਬੰਦਾ MLA ਆ, ਦੂਜੇ ਲੀਡਰ ਉੱਥੋਂ ਦੇ ਧਨਾੜ ਬੰਦੇ ਉਹਦੇ ਮੂਹਰੇ ਬੋਲਦੇ ਨਹੀਂ। MLA ਕੋਲੇ ਪੈਨ ਆ, ਇਹ ਜਿਹੜਾ ਪੈਨ ਆ ਨਾ, ਇਹ ਸਾਈਨ ਆ, ਇਹਨਾਂ ਨੇ ਪਾਕਿਸਤਾਨ ਤੇ ਇੰਡੀਆ ਦੀ ਵੰਡ ਕਰਤੀ। ਕੀ ਤਰਨਤਾਰਨ ਏਰੀਏ ਦੀ ਇਹ ਸੁਧਾਰਨਾ ਕਰੂਗਾ ਪੈਨ? ਸਾਨੂੰ ਲੋੜ ਇਸ ਕਰਕੇ ਪੈ ਗਈ, ਸਾਨੂੰ ਪਾਵਰ ਚਾਹੀਦੀ ਆ, ਸਾਨੂੰ ਇਕੱਠ ਚਾਹੀਦਾ, ਸਾਨੂੰ ਇੱਥੋਂ ਦੇ ਨੌਜਵਾਨੀ ਚਾਹੀਦੀ ਆ। ਜਿੰਨਾ ਚਿਰ ਅਸੀਂ ਆਹ ਬੁੱਢੇ ਠੇਰਿਆਂ ਨੂੰ ਉਠਾਉਂਦੇ ਨਹੀਂ ਨਾ ਕੁਰਸੀਆਂ ਤੋਂ, ਨੌਜਵਾਨ ਆਪ ਤਾਂ ਨਹੀਂ ਆਉਂਦੇ ਤੇ ਸਾਡਾ ਪੰਜਾਬ ਗਾਂਹ ਵਧ ਹੀ ਨਹੀਂ ਸਕਦਾ। ਇਹਨਾਂ ਲੋਕਾਂ ਨੇ ਜੇ ਮੰਨ ਲਓ ਮੇਰੇ ਵਿਰੁੱਧ ਜਿਹੜੇ ਬੰਦੇ ਆ, ਕਰੋੜਾਂ ਅਰਬਾਪਤੀ ਆ, MLA ਬਣਨਾ ਅੱਜ ਪਿੰਡਾਂ 'ਚ ਤੁਰੇ ਫਿਰਦੇ ਆ, ਭਾਵੇਂ ਉਹਨਾਂ ਤੋਂ ਜਵਾਕ ਨਵਾ ਲਓ, ਨਵਾ ਦੇਣਗੇ ਅੱਜ। ਜਿੱਦੇ MLA ਬਣ ਗਏ ਤੁਸੀਂ ਉਹ ਤੁਹਾਨੂੰ ਘਰੇ ਹੀ ਨਹੀਂ ਮਿਲਣਗੇ, ਠੀਕ ਆ। ਪਰ ਅਸੀਂ ਲੋਕਾਂ 'ਚ ਹੀ ਰਹਿਣਾ। ਅੱਜ ਨਾ ਇੱਕ ਪਰਿਵਾਰ ਆਏ ਸੀ, 3 ਪਰਿਵਾਰ ਸੀਗੇ, ਪਰ ਇੱਕ ਪਰਿਵਾਰ ਦਾ ਰੌਲਾ ਸੀ, ਉਹਨਾਂ ਦੇ ਨਾਲ ਸਿਫਾਰਿਸ਼ ਲਈ ਆਏ ਸੀ, ਉਹਨਾਂ ਦਾ ਕੋਈ ਕੇਸ ਸੀ ਤੇ ਉਹਨਾਂ ਨੂੰ 3.5 ਮਹੀਨੇ ਹੋ ਗਏ ਘਰੇ ਨਹੀਂ ਵੜੇ ਤੇ ਫੋਨ ਲਾ ਕੇ ਹੀ ਰਾਜੀਨਾਮਾ ਹੋ ਗਿਆ। ਲੋਕਾਂ ਨੂੰ ਸਮਝਾਉਣਾ, ਭਾਈ ਸਾਹਿਬ ਤੁਸੀਂ ਖੜੇ ਕਿੱਥੇ ਆ, ਸੋਨੂੰ ਲੀਡਰ ਖੜਾਈ ਕਿੱਥੇ ਖੜੇ ਆ। ਜੇ ਤੁਸੀਂ ਕਹਿੰਦੇ ਆ ਮੰਨ ਲਓ ਇੱਥੋਂ ਦਾ ਕੋਈ ਮੁੰਡਾ ਗੈਂਗਸਟਰ ਆ, ਨਾ ਗੈਂਗਸਟਰ ਲੱਗ ਗਿਆ, ਕੋਈ ਨਸ਼ਾ ਕਰਦਾ ਨਸ਼ੇੜੀ ਲੱਗ ਗਿਆ, ਕੋਈ ਨਸ਼ਾ ਵੇਚਦਾ ਸਮਗਲਰ ਲੱਗ ਗਿਆ, ਉਹਦੇ ਨਾਲ ਲੋਕ ਨਫ਼ਰਤ ਵੀ ਕਰਦੇ, ਉਹ ਤੋਂ ਡਰ ਵੀ ਖਾਂਦੇ ਆ ਵੀ ਇਹ ਹੋਰ ਨਾ ਮਾਰ ਹੀ ਜਾਵੇ ਸਾਨੂੰ। ਉਹਨਾਂ ਨੌਜਵਾਨਾਂ ਨੂੰ ਇਕੱਠੇ ਕਰਕੇ ਸਮਝਾਉਣਾ, ਤੁਸੀਂ ਭਾਈ ਨਸ਼ਾ ਵੇਚਣ ਹੀ ਨਹੀਂ ਆਏ, ਨਸ਼ਾ ਕਰਨੇ ਨਹੀਂ ਆਏ, ਸਾਡੇ ਰਾਹ ਹੋਰ ਆ। ਸਾਰੇ ਪਿੰਡ ਨੂੰ ਆਪਦਾ ਪਰਿਵਾਰ ਸਮਝੋ, ਪਰਿਵਾਰ ਪਿੰਡ ਦੇ ਮੁਖੀ ਬਣੋ, ਪੈਸਾ ਤੁਹਾਨੂੰ ਗੌਰਮੈਂਟ ਤੋਂ ਅਸੀਂ ਲੈ ਕੇ ਦੇਵਾਂਗੇ। ਜੇ ਮੈਨੂੰ ਅੱਜ ਮੰਨ ਲਓ ਸ਼ਹੀਦ ਪਰਿਵਾਰ ਆ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਿਆਂ ਦੀ ਗੱਲ ਕਰੀਏ, ਉਸ ਪਰਿਵਾਰ ਦੀ ਜ਼ਮੀਨ ਧੋਖੇ ਨਾਲ 52-52 ਲੱਖ ਦੇ ਵਿੱਚ ਲੁਧਿਆਣੇ ਵੇਚਤੀ ਕਿਸੇ ਬੰਦੇ ਨੇ। ਕੌਣ ਛਡਾਊਗਾ? ਬਿਨਾਂ ਪਾਵਰ ਤੋਂ ਕੋਈ ਛਡਾ ਨਹੀਂ ਸਕਦਾ। ਅੱਧੇ ਕਰੋੜ ਦਾ ਰੌਲਾ। ਬਾਈ ਜੀ ਇਹਦੇ ਵਿੱਚ ਤਾਂ ਇੱਕ ਹੋਰ ਚੀਜ਼ ਆ ਜਿਹੜੀ ਤੁਸੀਂ ਕਿਹਾ ਕਿ ਮੈਨੂੰ ਪੈਸਾ ਨਹੀਂ ਸੀ ਚਾਹੀਦਾ, ਪੈਸਾ ਹੋਰ ਡਿੱਗਣ ਲੱਗ ਗਿਆ। ਇਹ ਤਾਂ ਇੱਕ ਜ਼ਿੰਦਗੀ ਇਹੋ ਜਿਹੀ ਆ, ਤਾਮ-ਝਾਮ MLA ਦਾ, ਗੱਡੀਆਂ ਕਿਤੇ ਬਾਡੀਗਾਰਡ ਤੇ ਪੈਸਾ ਹੀ ਪੈਸਾ। ਫੇ ਇਹ ਚੀਜ਼ ਤੋਂ ਤੁਸੀਂ ਨਿਕਲਣ ਦੀ ਕੋਸ਼ਿਸ਼ ਕਰ ਰਹੇ, ਇਹ ਤਾਂ ਤੁਹਾਡੇ ਅੱਗੇ ਪਿੱਛੇ ਹੋਣਾ। ਹੁਣ ਜਿਨ੍ਹਾਂ ਨੇ ਆਪਦੇ ਪਰਿਵਾਰ ਵਾਰਤੇ ਆ ਇਸ ਸਿੱਖੀ ਤੋਂ, ਸ਼ਹੀਦ ਪਰਿਵਾਰਾਂ ਦੀ ਗੱਲ ਕਰੀਏ, ਜਿਨ੍ਹਾਂ ਦੇ ਨੌਜਵਾਨ ਫੌਜ 'ਚ ਮਾਰੇ ਗਏ ਆ,
ਉਹ ਆਪਾਂ ਇਸ ਦੇਸ਼ ਦੀ ਗੱਲ ਕਰੀਏ, ਮਾਰੇ ਸਿੱਖ ਹੀ ਗਏ ਆ। ਉਹਨਾਂ ਨੂੰ ਭੈਣ ਜੀ ਕੌਣ ਉੱਪਰ ਚੱਕੂਗਾ? ਲੀਡਰਾਂ ਨੇ ਨਹੀਂ ਚੱਕਣਾ। ਜੇ ਸਾਡੇ ਕੋਲੇ ਪੈਸਾ ਆਇਆ ਅਸੀਂ ਪਰਿਵਾਰਾਂ 'ਚ ਹੀ ਵੰਡਿਆ, ਘਰੇ ਤਾਂ ਨਹੀਂ ਲੈ ਕੇ ਗਿਆ ਮੈਂ। ਜੇ ਤੁਹਾਡੇ ਤੁਸੀਂ ਐਮਐਲਏ ਬਣ ਜਾਂਦੇ ਆ, ਤੁਹਾਨੂੰ ਉਹ ਜਿਹੜਾ ਸਰਕਾਰੀ ਅਮਲਾ ਫੈਲਾ ਮਿਲੂਗਾ, ਤੁਸੀਂ ਦੂਜੇ ਐਮਐਲਏ ਨਾਲੋਂ ਅਲੱਗ ਜ਼ਿੰਦਗੀ ਕਿਵੇਂ ਜਿਓਗੇ ਜਦੋਂ ਕਿ ਅੱਗੇ ਪਿੱਛੇ ਪੈਸਾ, ਗੱਡੀਆਂ ਤੇ ਬਾਡੀਗਾਰਡ ਹੋਣਗੇ? ਭੈਣੇ ਹੁਣ ਥੋੜਾ ਗੱਡੀਆਂ ਵੀ ਵਾਧੂ ਆ, ਪੈਸਾ ਵੀ ਵਾਧੂ ਆ, ਸਿੰਘ ਵੀ ਨਾਲ ਵਾਧੂ ਆ, ਪਰ ਵਰਤਣ ਦਾ ਤਰੀਕਾ ਸਾਡਾ ਹੋਰ ਆ। ਜਦੋਂ ਐਮਐਲਏ ਹੋਏ ਤੇ ਅਸੀਂ ਸਟੇਜ ਤੋਂ ਅਨਾਉਂਸ ਕਰ ਸਕਦੇ ਆ ਵੀ ਮਾਨੋ ਚਾਹਲ ਦੇ ਪਰਿਵਾਰ ਨੂੰ, ਸ਼ਹੀਦ ਭਾਈ ਗੁਰਬਚਨ ਸਿੰਘ ਜੀ ਮਾਨੋ ਚਾਹਲ ਦੇ ਪਰਿਵਾਰ ਨੂੰ 10 ਲੱਖ ਦੀ ਮਦਦ ਕੀਤੀ ਐਮਐਲਏ ਨੇ। ਗਵਰਨਮੈਂਟ ਕੁਝ ਨਹੀਂ ਕਰ ਸਕਦੀ। ਜੇ ਮੈਂ ਹੁਣ ਕਹਿਦਾ ਮੈਂ 50,000 ਰੁਪਇਆ ਦਿੱਤਾ ਤੇ ਐਨਆਈਏ ਦੀ ਟੀਮ ਨੇ ਚੱਕ ਕੇ ਮੈਨੂੰ ਅੰਦਰ ਮਾਰਨਾ। ਕਿੱਥੋਂ ਦਿੱਤੇ? ਅਸੀਂ ਐਮਐਲਏ ਦੀ ਪਾਵਰ ਵਰਤੀ, 50,000 ਨੂੰ 50 ਲੱਖ ਦੇ ਵਿੱਚ ਬਦਲ ਗਏ ਤੇ ਫਿਰ ਕੁਝ ਨਹੀਂ ਨਾ ਵਟਿਆ ਗਿਆ। ਹੁਣ ਨੌਜਵਾਨਾਂ ਨੂੰ, ਸ਼ਹੀਦ ਪਰਿਵਾਰਾਂ ਨੂੰ, ਜਾਂ ਕੋਈ ਵੀ ਫੈਮਿਲੀ ਆ ਉਹਨਾਂ ਨੂੰ ਜੇ ਅਸੀਂ ਜਾ ਕੇ ਹੁਣ 20,000 ਰੁਪਇਆ, ਤੁਸੀਂ ਪਿੱਛੇ ਨਾ ਕਣਕਾਂ ਨੂੰ ਅੱਗ ਲੱਗ ਗਈ ਤੇ ਅਸੀਂ ਜਿਹੜੇ ਜਿੱਥੇ ਵੀ ਪਤਾ ਲੱਗਦਾ ਰਿਹਾ ਕਿੱਲੇ ਪਿੱਛੇ 20,000 ਰੁਪਇਆ ਬੰਦੇ ਨੂੰ ਦਿੱਤਾ ਪਰਿਵਾਰ ਨੂੰ। ਅਸੀਂ ਉਹਦੇ ਐਮਐਲਏ ਨਹੀਂ ਖੜਨਾ ਸੀ, ਨਾ ਖੜੇ ਸੀ, ਤੇ ਸਾਡੇ ਨੋਟਿਸ ਨਿਕਲ ਗਏ। ਪੈਸਾ ਆਉਂਦਾ ਕਿੱਥੋਂ? ਪਤਾ ਵੀ ਆ ਪੈਸਾ ਬਾਹਰੋਂ ਆਉਂਦਾ, ਜਾਂਦਾ ਵੀ ਹੈਗਾ, ਇਹ ਵੀ ਪਤਾ, ਪਰ ਪੁੱਛ ਗਿੱਛ ਜ਼ਰੂਰ ਕਰਨੀ ਆ। ਅੰਮ੍ਰਿਤਸਰ ਸਾਹਿਬ ਵਾਲੇ ਕੇਸ ਦੇ ਵਿੱਚ ਮੇਰੀ ਪ੍ਰਾਪਰਟੀ ਸੀਲ ਕੀਤੀ ਆ ਗਵਰਨਮੈਂਟ ਨੇ, ਮੇਰੇ ਖਾਤੇ ਸੀਲ ਕੀਤੇ ਆ, ਇਨਕਮ ਟੈਕਸ ਦੇ ਸੰਮਣ ਹੀ ਪਤਾ ਨਹੀਂ ਕਿੰਨੇ ਕੱਢੇ ਉਹਨਾਂ ਨੇ। ਪੈਸਾ ਮੈਂ ਕਿੱਥੇ ਲੈ ਕੇ ਗਿਆ? ਸਬੂਤ ਦਿੱਤੇ ਆ ਵੀ ਆਹ ਪੈਸਾ ਇਹਨਾਂ ਪਰਿਵਾਰਾਂ ਕੋਲੇ ਗਿਆ ਵਾ। ਜੇ ਮੈਂ 19,58,000 ਰੁਪਏ ਦਾ ਜਵਾਬ ਕੋਰਟ ਦੇ ਵਿੱਚ ਦਿੱਤਾ, ਇਨਕਮ ਟੈਕਸ ਨੂੰ ਦਿੱਤਾ, ਤੇ ਇੱਥੇ ਮੈਂ ਕਰੋੜਾਂ ਰੁਪਇਆ ਵੰਡੂਗਾ ਤੇ ਉਹਦੀ ਤਾਂ ਸਰਕਾਰ ਨੇ ਜਵਾਬ ਦੇਣਾ, ਮੈਂ ਥੋੜੀ ਦੇਣਾ। ਇਸ ਕਰਕੇ ਸਾਨੂੰ ਐਮਐਲਏ ਦੇ ਇਲੈਕਸ਼ਨ ਲੜਨੇ ਚਾਹੀਦੇ ਆ। ਅਸੀਂ ਰਾਜ ਕਰਨ ਵਾਲੇ ਆ, ਰਾਜ ਮੰਗਣ ਵਾਲੇ ਨਹੀਂ, ਤੇ ਦਿੱਤੀ ਚੀਜ਼ ਉਹੀ ਜਾਂਦੀ ਜਿਹਦੇ ਅਸੀਂ ਹੱਕਦਾਰ ਹੋਈਏ। ਜੇ ਨੌਜਵਾਨ, ਚਾਹੇ ਮੁਸਲਿਮ, ਹਿੰਦੂ, ਸਿੱਖ, ਈਸਾਈ ਕੋਈ ਹੋਵੇ ਨੌਜਵਾਨ, ਧਰਮੀ ਬੰਦਾ ਹੋਵੇ, ਧਰਮੀ ਬੰਦਾ ਸਾਰਿਆਂ ਦਾ ਸਾਂਝਾ ਹੁੰਦਾ, ਕਿਸੇ ਦਾ ਵਿਰੋਧੀ ਨਹੀਂ ਹੁੰਦਾ। ਜਿਵੇਂ ਸੂਰਜ ਦੀ ਰੋਸ਼ਨੀ ਸਾਰਿਆਂ ਲਈ ਇੱਕੋ ਜੀ ਆ। ਧਰਮੀ ਬੰਦਾ ਕਿਸੇ ਧਰਮ 'ਚ ਧਰਮੀ ਹੋਵੇ, ਉਹਦੇ ਲਈ ਕਿਸੇ ਦਾ ਉੱਚ ਨੀਵ ਨਹੀਂ ਵੇਖਦਾ, ਕੋਈ ਜਾਤ ਪਾਤ ਨਹੀਂ ਦੇਖਦਾ। ਨੌਜਵਾਨਾਂ ਨੂੰ ਸਮਝਾਉਣਾ, ਜੇ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਂ ਐਮਐਲਏ ਬਣ ਗਿਆ ਤੇ ਆਉਣ ਵਾਲੀਆਂ 5 ਸਾਲਾਂ ਦੇ ਗਾਂ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਨੌਜਵਾਨ ਸਿਰ ਕੱਢਣਗੇ ਵੀ ਅਸੀਂ ਵੀ ਬਣਨਾ। ਪਰ ਉਹਨਾਂ ਨੂੰ ਦੱਸਣਾ ਵੀ ਆਪਾਂ ਇਹ ਵਰਤਣੀ ਪਾਵਰ ਕਿਵੇਂ ਆ। ਗੱਡੀਆਂ 'ਚ ਨਹੀਂ ਘੁੰਮਣਾ, ਆਈ ਆ ਆਹੀ ਬਾਣਾ ਰਹਿਣਾ, ਨੰਗੇ ਪੈਰੀ ਰਹਿਣਾ। ਜੇ ਅਸੀਂ ਸਿਕਿਉਰਿਟੀ ਗਾਰਡ ਲੈ ਲਿਆ ਤੇ ਸਾਨੂੰ ਉਦੋਂ ਆ ਕੇ ਛਿੱਤਰ ਮਾਰ ਦੇਣ, ਕੋਈ ਰੋਕੂਗਾ ਨਹੀਂ। ਹੁਣ ਵੀ ਫੋਨ ਆਇਆ ਸੀ, ਉਮੀਦਵਾਰਾਂ ਨੂੰ ਸਿਕਿਉਰਿਟੀ ਮਿਲਦੀ ਆ, ਗਾਰਡ ਮਿਲਦੇ ਆ, ਪਰ ਅਸੀਂ ਜਵਾਬ ਦਿੱਤਾ ਜਦੋਂ ਭੈਣੇ ਸੇਵਾ ਕਰਨੀ ਤੇ ਸਾਨੂੰ ਖਤਰਾ ਹੀ ਕਿਹਦਾ? ਤੇ ਜੇ ਸਾਨੂੰ ਕਿਸੇ ਨੇ ਮਾਰਨਾ, ਭਾਈ ਮਾਰੇ, ਕੰਮ ਨਵੇੜੇ, ਆਪਦਾ ਗਾਂਹ ਜਾਵੇ। ਤੇ ਬੰਦਾ ਦੁਸ਼ਮਣ ਉਦੋਂ ਹੀ ਪੈਦਾ ਹੁੰਦੇ ਆ ਜਦੋਂ ਉਹ ਕਿਸੇ ਦਾ ਦਿਲ ਦਿਖਾਉਂਦਾ। ਜੇ ਸਾਨੂੰ 2-4 ਕਰੋੜ ਰੁਪਈਆ ਗਵਰਨਮੈਂਟ ਉਹਨਾਂ ਨੇ ਦੇਤਾ ਗ੍ਰਾਂਟ, ਅਸੀਂ 10 ਪਿੰਡਾਂ ਨੂੰ ਵੰਡਤੀ, ਤੇ ਸਾਨੂੰ ਕਿਹਦਾ ਖਤਰਾ? ਵਾਰੀ-ਵਾਰੀ ਪੈਸੇ ਆਉਣਗੇ, ਵਾਰੀ-ਵਾਰੀ ਵੰਡੀ ਜਾਵਾਂਗੇ, ਆਉਂਦੇ ਵਾਰ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਵੋਟਾਂ ਪਾਓ। ਬਾਈ ਜੀ ਮੇਰੇ ਆਖਰੀ 2 ਸਵਾਲ ਹੈ, ਕਿਉਂਕਿ ਹੁਣ ਤੁਸੀਂ ਇਲੈਕਸ਼ਨ ਲੜ ਰਹੇ ਹੋ ਔਰ ਇਹ ਤਾਂ ਹੁੰਦਾ ਹੈ ਕਿ ਰਿਵਾਜ ਹੀ ਬਣਿਆ ਆ, ਦਾਅਵੇ ਵਾਅਦੇ ਤੇ ਐਂ ਕਰ ਦਾਂਗੇ, ਉਹ ਕਰ ਦਾਂਗੇ। ਸਭ ਤੋਂ ਪਹਿਲਾਂ ਆਪਦੇ ਇਲਾਕੇ ਦੀਆਂ ਸਮੱਸਿਆਵਾਂ ਦਾ ਜਿਹੜਾ ਪਤਾ ਹੋਣਾ ਜ਼ਰੂਰੀ ਹੁੰਦਾ। ਤੁਸੀਂ ਤਰਨਤਾਰਨ ਮਾਝੇ ਏਰੀਏ ਦੇ ਵਿੱਚ ਬੈਠੀਆਂ, ਇਸ ਇਲਾਕੇ ਦੀਆਂ ਸਮੱਸਿਆਵਾਂ ਤੁਹਾਨੂੰ ਕਿਹੜੀਆਂ ਲੱਗਦੀਆਂ ਜਿਹਦੇ ਲਈ ਤੁਹਾਨੂੰ ਪਹਿਲ ਦੇ ਆਧਾਰ ਤੇ ਤੁਸੀਂ ਐਮਐਲਏ ਬਣਦਿਆਂ ਸਰ ਕੰਮ ਕਰਨਾ ਚਾਹੋਗੇ, ਜਾਂ ਇਸ ਮੀਡੀਆ ਦੇ ਜ਼ਰੀਏ ਤੁਸੀਂ ਇੱਥੋਂ ਦੇ ਲੋਕਾਂ ਨਾਲ ਵਾਅਦਾ ਕਿਹੜੀਆਂ ਚੀਜ਼ਾਂ ਦਾ ਕਰਦੇ ਆ, ਕਿਹੜੀਆਂ ਚੀਜ਼ਾਂ ਸਮੱਸਿਆਵਾਂ ਮੇਨ ਤੁਹਾਨੂੰ ਹਾਈਲਾਈਟ ਲੱਗਦੀਆਂ ਤੇ ਕਿਵੇਂ ਦਾ ਹੱਲ ਜਿਹੜਾ ਉਹਨਾਂ ਨੂੰ ਦੇਣ ਬਾਰੇ ਸੋਚਦੇ ਹੋ? ਪੰਜਾਬ ਦੇ ਕਿਸੇ ਮਾਝੇ ਏਰੀਏ ਨੂੰ ਛੱਡ ਕੇ ਕਿਸੇ ਦੁਆਬੇ ਕਿਤੇ ਵੀ ਉੱਠ ਜਾਓ, ਹਰੇਕ ਸ਼ਹਿਰ ਦੇ ਉਹ ਜ਼ਿਲ੍ਹੇ ਦੀ ਤੇ ਪਿੰਡ ਦੀ ਪ੍ਰੋਬਲਮ ਨਸ਼ਾ। ਜੇ ਬੰਦੇ ਜਾਂ ਮੁੰਡੇ ਕੁੜੀਆਂ ਨਹੀਂ ਰਹਿਣਗੇ ਇਸ ਦੇਸ਼ 'ਚ ਤੇ ਲੀਡਰਾਂ ਨੇ ਕਾਹਦੇ ਤੇ ਲੀਡਰੀ ਕਰਨੀ ਆ? ਸਿਆਸਤ ਨਹੀਂ ਕਰਨਾ, ਇਹ ਸੇਵਾ ਸੱਚੀ। ਲੀਡਰ ਕਹਿੰਦੇ ਜੀ ਕੁੜੀਆਂ ਦੇ ਵਿਆਹ ਕਰਾਂਗੇ, ਗਰੀਬਾਂ ਨੂੰ ਉਹ ਦੇਵਾਂਗੇ, ਰਾਸ਼ਨ, ਨੌਕਰੀਆਂ ਵੰਡਾਂਗੇ, ਫੀਸਾਂ ਭਰਾਂਗੇ, ਜਵਾਕ ਪੜਾਵਾਂਗੇ, ਵਾਅਦੇ ਕਰਕੇ ਜਿੱਤਦੇ ਆ। ਅਸੀਂ ਉਹ ਕੰਮ ਸਿਰੇ ਚਾੜ ਕੇ ਖੜੇ ਆ। ਜੇ ਸੰਗਤ ਸਾਹਮਣੇ ਖੜੀ ਆ ਤੇ ਅਸੀਂ ਉਹਨਾਂ ਨੂੰ ਮੈਕ ਦੇ ਦਈਏ, ਭਾਈ ਕੀ ਚਾਹੁੰਦੇ ਆ, ਉਹ ਕਹਿਣਗੇ ਗਰੀਬਾਂ ਦੇ ਘਰ ਹੈ ਨਹੀਂ, ਤੇ ਭੈਣੇ ਗਰੀਬਾਂ ਦੇ ਘਰ ਬਣਾ ਕੇ ਦਿੱਤੇ ਆ। ਇਹਨਾਂ ਲੋਕਾਂ ਨੂੰ ਇੱਥੇ ਅਸੀਂ ਆ ਕੇ ਨਾ ਐਮਐਲਏ ਦੀ ਸੀਟ ਤੇ ਜਿਹੜੇ ਕੰਮ ਹੈਗੇ ਉਹ ਤਾਂ ਕਰਾਂਗੇ ਹੀ ਕਰਾਂਗੇ, ਝੂਠ ਕੋਈ ਨਹੀਂ। ਨਸ਼ੇ ਤੋਂ ਬਿਨਾਂ ਕੀ ਲੱਗਦਾ ਇਸ ਏਰੀਏ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਕਮੀ ਆ, ਕੀ ਮੇਨ ਸਮੱਸਿਆਵਾਂ ਇੱਥੋਂ ਦੇ ਲੋਕਾਂ ਦੀਆਂ?
ਪਿੰਡਾਂ ਦਾ ਵਿਕਾਸ ਹੈ ਨਹੀਂਗਾ। ਨਸ਼ੇ ਦੇ ਇੱਥੇ ਦੋ ਸਾਈਡ ਇਫੈਕਟ ਆ। ਇੱਕ ਤਾਂ ਨੌਜਵਾਨ ਨਸ਼ਾ ਲਾਉਂਦੇ ਆ, ਇੱਕ ਵੇਚਦੇ ਆ। ਵੇਚਣ ਵਾਲੇ ਇੱਥੋਂ ਬਾਹਰਲੇ ਪਿੰਡਾਂ 'ਚ ਵੀ ਮਾਰ ਕਰਦੇ ਆ। ਉਹਨਾਂ ਨੂੰ ਕਾਹਦੀ ਲੋੜ ਆ, ਇਹੀ ਵੇਖਣਾ ਸੀ ਬਸ। ਜੇ 5 ਸਾਲਾਂ ਦੇ ਵਿੱਚ ਅਸੀਂ ਕੱਲਾ ਨਸ਼ਾ ਹੀ ਕੰਟਰੋਲ ਕਰ ਗਏ ਬਾਰਡਰ ਤੋਂ, ਤੇ ਸਮਝ ਲਓ ਸਾਰਾ ਕੁਝ ਹੀ ਕੰਟਰੋਲ ਹੋ ਗਿਆ। ਗਲੀਆਂ ਨਾਲੀਆਂ ਫੇਰ ਪੱਕੀਆਂ ਕਰ ਲਾਂਗੇ, ਟੁਕੜੀਆਂ ਫੇਰ ਲਾ ਲਾਂਗੇ ਘਰਾਂ ਨੂੰ। ਪਹਿਲੋਂ ਘਰ ਦੀਆਂ ਜੜਾਂ ਬਚਾਲ ਗਏ। ਜੇ ਘਰਾਂ ਦੇ ਵਿੱਚ ਸਾਡੀ ਨੌਜਵਾਨੀ, ਬੱਚੇ ਖਤਮ ਹੋ ਗਏ, ਪਰਿਵਾਰ ਅੱਗੇ ਵਧੇ ਹੀ ਨਾ, ਤੇ ਭੈਣੇ ਅਸੀਂ ਗਲੀਆਂ ਨਾਲੀਆਂ ਪੱਕੀਆਂ ਕਰੀ ਜਾਂਦੇ, ਲਾਈਟਾਂ ਲਾਈ ਜਾਂਦੇ ਆ, ਤੇ ਫਿਰ ਉਹ ਫਾਇਦਾ ਕੀ ਆ? ਦੋ ਚੀਜ਼ਾਂ ਹੁੰਦੀਆਂ ਨਸ਼ੇ ਨੂੰ। ਇੱਕ ਤਾਂ ਹੁੰਦਾ ਕਿ ਸਮਾਜ ਸੇਵੀ, ਜੋ ਤੁਸੀਂ ਪਹਿਲਾਂ ਕਰਦੇ ਰਹੇ ਹੋ। ਸਮਾਜ ਸੇਵੀ ਹੁੰਦਾ ਕਿ ਕੋਈ ਨਸ਼ਾ ਕਰਨ ਵਾਲਾ ਬੰਦਾ ਉਹਦੇ ਪਰਿਵਾਰ ਨੂੰ ਸਮਝਾਉਂਦਾ, ਉਹਦੀ ਕਾਉਂਸਲਿੰਗ ਕਰਦਾ, ਉਹਨੂੰ ਰੱਖ ਕੇ ਸੇਵਾ ਕਰਦਾ, ਤੇ ਉਹਨੂੰ ਉਸ ਦਲਦਲ ਚੋਂ ਕੱਢ ਕੇ ਇੱਕ ਨਵੀਂ ਜ਼ਿੰਦਗੀ ਦੇ ਰੂਬਰੂ ਕਰਦਾ। ਜਿਹੜੇ ਰਾਜਨੀਤਿਕ ਲੋਕ ਹੁੰਦੇ, ਇਹਨਾਂ ਕੋਲੇ ਪਾਵਰ ਹੁੰਦੀ ਆ ਖਤਮ ਕਰਨ ਦੀ, ਬੰਦ ਕਰਨ ਦੀ। ਔਰ ਇੱਥੇ ਤਕਰੀਬਨ ਜਿਹੜੀਆਂ ਬਹੁਤ ਸਟਰੋਂਗੈਸਟ ਧਿਰਾਂ ਰਹੀਆਂ ਵਾ, ਉਹਨਾਂ ਨੇ ਵਾਰੀ-ਵਾਰੀ ਰਾਜ ਕੀਤਾ ਮਾਝੇ ਏਰੀਏ ਦੇ ਵਿੱਚ। ਪਰ ਹੁਣ ਜਦੋਂ ਤੋਂ ਮੈਂ ਦੌਰਾ ਕਰ ਰਹੀ ਹਾਂ, ਹਰ ਘਰ ਦੇ ਵਿੱਚ 1 ਜਾਂ 2 ਜਿਹੜੀਆਂ ਇਹ ਚੀਜ਼ਾਂ ਹੋਈਆਂ, ਮੌਤਾਂ ਹੋਈਆਂ। ਕੋਈ ਮਾਂ-ਬਾਪ ਇਕੱਲੇ ਬੈਠੇ ਆ, ਕਿਸੇ ਦਾ ਕੋਈ ਆ, ਔਰ ਕਈਆਂ ਦੇ ਮੂਹਰੇ ਝੂਲਦੇ ਤੁਰੇ ਫਿਰਦੇ ਆ। ਕੀ ਲੱਗਦਾ ਹੈ, ਸਮਾਜ ਸੇਵੀ ਵਾਲਾ ਤਰੀਕਾ ਬਿਹਤਰ ਆ ਜਾਂ ਫਿਰ ਇਹ ਰਾਜਨੀਤਿਕ ਵਾਲਾ ਤਰੀਕਾ ਬਿਹਤਰ ਆ? ਜੇ ਹੁਣ ਤੱਕ ਏਡੇ ਵੱਡੇ ਲੀਡਰ, ਬਹੁਤ ਵੱਡੀਆਂ ਸਟਰੋਂਗ ਧਿਰਾਂ ਜਿਹੜੀਆਂ ਇੱਥੋਂ ਨਸ਼ੇ ਨੂੰ ਬੰਦ ਨਹੀਂ ਕਰ ਪਾਈਆਂ, ਤੇ ਤੁਸੀਂ ਇੱਕ ਇਕੱਲੇ MLA ਕਿਵੇਂ ਬੰਦ ਕਰ ਸਕਦੇ ਆ ਨਸ਼ੇ ਨੂੰ? ਪ੍ਰੇਮ ਇੱਕ ਇਹੋ ਜਿਹੀ ਚੀਜ਼ ਆ, ਉਹਦੇ ਕਹਿੰਦੇ ਪਿਆਰ ਨਾਲ ਭਾਵੇਂ ਕਿਸੇ ਨੂੰ ਜ਼ਹਿਰ ਪਿਆ ਦੋ, ਉਹ ਵੀ ਪੀ ਲੈਂਦਾ ਬੰਦਾ। ਕਹਿੰਦੇ ਨੇ ਤੇ ਯਾਰ ਗਦਾਰੀ ਕਰ ਗਿਆ। ਯਾਰ ਨਹੀਂ ਗਦਾਰੀ ਕਰਦਾ ਹੁੰਦਾ, ਉਹਨਾਂ ਦੇ ਵਿੱਚ ਪਿਆਰ ਹੁੰਦਾ, ਉਹਦੇ ਤੇ ਵਿਸ਼ਵਾਸ ਹੁੰਦਾ। ਨੌਜਵਾਨ ਕਦੇ ਵੀ ਧੱਕਾਸ਼ਾਹੀ ਨਹੀਂ ਝੱਲਦੇ। ਉਹਨਾਂ ਨੂੰ ਉਹ ਮੋਢਾ ਚਾਹੀਦਾ ਜਿਹੜਾ ਉਹਨਾਂ ਨੂੰ ਗਲੇ ਲਾ ਲਵੇ। ਅਸੀਂ ਨੌਜਵਾਨਾਂ ਨੂੰ ਦੇਖਦੇ ਆ, ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ, ਉਹਦੀ ਮਜਬੂਰੀ ਸੀ, ਉਹਨੇ ਸਿਰੋਂ ਕਰਜ਼ਾ ਲਾਉਣਾ ਆਪਦੇ ਪਿਓ ਦੇ, ਨਸ਼ਾ ਵੇਚਣ ਲੱਗ ਗਿਆ। ਉਹਨੇ ਆਪਦੇ ਭੈਣ ਦਾ ਵਿਆਹ ਕਰਨਾ, ਨਸ਼ਾ ਵੇਚਣ ਲੱਗ ਗਿਆ। ਪਿੰਡ ਦੇ ਵਿੱਚ ਪਤਾ ਲੱਗ ਗਿਆ, ਲੋਕ ਉਹਨੂੰ ਕੀ ਕਹਿਣਗੇ, ਆ ਜਾਂਦਾ ਚਿੱਟਾ ਵੇਚਣ ਵਾਲਾ। ਉਹਦਾ ਦਿਲ ਟੁੱਟਦਾ ਭੈਣੇ। ਨਸ਼ੇੜੀ ਬਣਨਾ, ਗੈਂਗਸਟਰ ਬਣਨਾ, ਇਹ ਕੋਈ ਢਿੱਡੋਂ ਨਹੀਂ ਜੰਮਦਾ। ਕਹਿੰਦੇ ਬਾਰਡਰਾਂ ਤੋਂ ਕ੍ਰਾਸ ਹੁੰਦਾ ਨਸ਼ਾ, ਕਹਿੰਦੇ ਉੱਥੇ ਤਾਂ ਉਹ ਰਾਜਨੀਤਿਕ ਲੀਡਰਾਂ ਦੀ ਸਹਿ ਤੇ ਹੁੰਦਾ। ਉਹ ਕਿਵੇਂ ਬੰਦ ਕਰੋਗੇ ਤੁਸੀਂ? ਜਦੋਂ ਨੌਜਵਾਨਾਂ ਦੇ ਸਿਰ ਤੇ ਜ਼ਿੰਮੇਵਾਰੀ ਪੈ ਗਈ ਨਾ ਭੈਣੇ, ਤੇ ਉਹਨਾਂ ਨੂੰ ਹੀ ਦੇਵਾਂਗੇ ਇਹ। ਜਿਹੜਾ ਬੰਦਾ ਵਿਗੜਿਆ, ਗੈਂਗਸਟਰ ਆ ਨਾ ਜੇਲ੍ਹਾਂ 'ਚ, ਇੰਡੀਆ ਦੀ ਗੌਰਮੈਂਟ ਉਹਨਾਂ ਨੂੰ MLA ਬਣਾ ਦੇ, ਸਾਰਿਆਂ ਨੂੰ ਜੇਲੋਂ ਬਾਹਰ ਲਿਆਓ। ਇਸ ਦੇਸ਼ ਦੇ ਵਿੱਚ, ਪੰਜਾਬ ਸੂਬੇ ਦੇ ਵਿੱਚ ਨਸ਼ਾ ਮਾਰਕਟਾਈ ਘਟ ਜੂਗੀ ਜਿੰਨਾ ਚਿਰ ਉਹਨਾਂ ਨੂੰ ਪੈਸਾ ਹੀ ਚਾਹੀਦਾ, ਪੈਸੇ 'ਚ ਵਾੜ ਦੋ, ਕੋਈ ਚੱਕਰ ਨਹੀਂ। ਇਹਨਾਂ ਨੌਜਵਾਨਾਂ ਨੂੰ ਮੰਨ ਲਓ 80 ਪਿੰਡ ਆ, 80 ਪਿੰਡ ਦੇ ਵਿੱਚ 10 ਨੌਜਵਾਨ ਡਿਫਾਲਟਰ ਆ। ਮੰਨ ਲਓ, ਅਸੀਂ ਨਹੀਂ ਕਹਿਣਾ ਸਾਡੇ ਉਹ ਭਰਾ ਵਾ ਡਿਫਾਲਟਰ ਜੇ ਬਣੇ ਆ, ਤੇ ਉਹਨਾਂ ਨੂੰ ਲੀਡਰਾਂ ਨੇ ਬਣਾਇਆ। ਉਹਨਾਂ ਨੂੰ ਸੱਦ ਕੇ ਉਹਨਾਂ ਨਾਲ ਮੀਟਿੰਗ ਕਰਨੀ ਆ ਵੀ ਮੈਂ MLA ਆ, ਮੈਂ ਨਹੀਂ, ਤੁਸੀਂ MLA ਆ, ਆਹ ਕੁਰਸੀ ਖਾਲੀ ਪਈ ਆ, ਜਿਹਦਾ ਜੀ ਕਰਦਾ ਇੱਥੇ ਬਹਿ ਜਾਓ, ਸਾਈਨ ਮੈਂ ਕਰ ਦਿਆ ਕਰੂੰ। ਤੁਹਾਨੂੰ ਲੋੜ ਕਿਹੜੀ ਚੀਜ਼ ਦੀ ਆ ਤੁਸੀਂ ਦੱਸੋ? ਗੱਡੀਆਂ ਚਾਹੀਦੀਆਂ, ਲੈ ਜਾਓ ਯਾਰ, ਸਰਕਾਰ ਦੀਆਂ ਲੈ ਜਾਓ। ਪਰ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ, ਤੁਸੀਂ ਅੱਜ ਪੈਸੇ ਦੇ ਲਾਲਚ ਦੇ ਵਿੱਚ ਨਸ਼ਾ ਵਿੱਚ ਲੱਗ ਗਏ, ਪਰ ਇਹਨਾਂ ਨੇ ਲੋਕਾਂ ਦੀਆਂ ਕੁੱਖਾਂ ਖਾਲੀ ਕਰ ਦੇਣੀਆਂ। ਤੁਹਾਨੂੰ ਜੇ ਪੈਸੇ ਦੀ ਲੋੜ ਆ, ਤੁਹਾਡੇ ਸਿਰ 10-10, 20-20 ਲੱਖ ਰੁਪਇਆ ਕਰਜ਼ਾ ਨਾ, ਤੁਸੀਂ ਸਾਨੂੰ ਰਿਪੋਰਟ ਦਿਓ ਵੀ ਸਾਡੇ ਸਿਰ ਕਰਜ਼ਾ, ਅਸੀਂ ਲਾ ਦਾਂਗੇ। ਪਰ ਸਾਨੂੰ ਵਿਸ਼ਵਾਸ ਦਿਵਾਓ ਭਾਈ ਤੁਸੀਂ ਨਸ਼ਾ ਛੱਡੋਗੇ। ਹਾਂ, ਅਸੀਂ ਫੈਕਟਰੀਆਂ ਖੋਲ ਦਿੰਨੇ ਆ, ਸ਼ੈਲਰ ਖੋਲ ਦਿੰਨੇ, ਸਟੋਰ ਖੋਲ ਦਿੰਨੇ ਆ, ਟੈਕਸੀ ਗੱਡੀਆਂ ਪਾ ਦਿੰਨੇ, ਦਿੱਲੀ ਨੂੰ ਜਾਣਗੀਆਂ, ਤੁਸੀਂ ਚਲਾਓ, ਤੁਹਾਨੂੰ ਉੱਥੋਂ ਕਮਾਈ ਹੋ ਜੂ। ਜੇ ਤੁਸੀਂ ਅੱਜ 10,000 ਕਮਾਉਂਦੇ ਇੱਕ ਦਿਨ ਦਾ, ਤੇ ਤੁਸੀਂ ਉਹਦੇ 2,000 ਜਾਂ 3,000 ਹੀ ਕਮਾਓਗੇ। ਪਰ ਜਿੱਦੇ 3,000 ਕਮਾ ਕੇ ਘਰੇ ਜਾਓਗੇ, ਤੁਹਾਡੀ ਮਾਂ, ਭੈਣ, ਪਤਨੀ, ਪਿਓ ਤੁਹਾਨੂੰ ਚਾਹ ਪਾਣੀ ਵੀ ਪੁੱਛੂਗਾ, ਤੁਹਾਨੂੰ ਗੱਲ ਨਾਲ ਵੀ ਲਿਆਊਗਾ, ਜਿੱਥੇ ਮਰਜ਼ੀ ਵਿਆਹ ਕਰਾ ਲਿਓ ਭਾਈ। ਪਰ ਅੱਜ ਤੁਸੀਂ ਨਸ਼ਾ ਵੇਚ ਕੇ ਇੱਕ ਦਿਨ 'ਚ 10,000 ਤੱਕ ਕਮਾ ਲਓਗੇ, ਪਰ ਘਰੇ ਤੁਸੀਂ ਸੁੱਖ ਦੀ ਨੀਂਦ ਨਹੀਂ ਸੌਂ ਸਕਦੇ। ਤੁਹਾਨੂੰ ਇਹ ਵੀ ਹੋਊਗੀ ਹੁਣ ਵੀ ਰੇਡ ਪਈ। ਜੇ ਤੁਸੀਂ ਪੁਲਿਸ ਨਾਲ ਮੱਥਾ ਲਾਉਣਾ ਹੀ ਆ, ਤੇ ਫਿਰ ਪੰਜਾਬ ਨੂੰ ਯਾਦ ਕਰਾ ਲਓ ਨਾ। ਇਸ ਕਰਕੇ ਤੁਸੀਂ ਨਸ਼ਿਆਂ ਦੇ ਵਿੱਚੋਂ ਦਲ ਚੋਂ ਨਿਕਲੋ। ਜੇ ਮਾਝਾ ਏਰੀਆ ਮਹਾਰਾਜ ਨੇ ਕਿਰਪਾ ਕੀਤੀ, ਬਲ ਬਖਸ਼ਿਆ, ਸੁਧਾਰ ਲਿਆ, ਤੇ ਇਹਨਾਂ ਨੂੰ ਅਸੀਂ ਦੂਜੇ ਸ਼ਹਿਰਾਂ ਦੇ ਵਿੱਚ ਜ਼ਰੂਰ ਵਰਤਾਂਗੇ। ਮੇਰਾ ਆਖਰੀ ਸਵਾਲ ਆ ਬਾਈ ਜੀ, ਆਮ ਤੌਰ ਤੇ ਆਪਾਂ ਪੁੱਛਦੇ ਹੁੰਦੇ ਆ, ਕਹਿੰਦੇ ਹੁੰਦੇ ਵੀ ਲੀਡਰ ਨੂੰ ਜੇ ਪੁੱਛਿਆ ਜਾਵੇ ਵੀ ਭਾਈ ਉਹ ਲੋਕਾਂ ਨੂੰ ਕਹਿਣਾ ਚਾਹੁੰਦਾ ਮੈਨੂੰ ਵੋਟ ਜ਼ਰੂਰ ਪਾਓ, ਮੈਂ ਵਾਅਦਾ ਕਰਦਾ ਤੁਹਾਡੇ ਨਾਲ, ਕਿਹੜੀ ਉਹ ਇੱਕ ਗੱਲ ਆ? ਇੱਥੇ ਕੱਲੀ ਇਹੀ ਸਮੱਸਿਆ ਨਹੀਂ ਆ, ਕੁੜੀਆਂ ਦੀ ਪੜ੍ਹਾਈ ਇੱਕ ਬਹੁਤ ਵੱਡਾ ਮੁੱਦਾ, ਬਹੁਤ ਘੱਟ
ਜਿਹੜੀ ਮੈਂ ਦੇਖਿਆ ਕਿ ਕੁੜੀਆਂ ਨੂੰ ਬਹੁਤ ਘੱਟ ਪੜਾਇਆ ਜਾਂਦਾ, ਮੁੰਡਿਆਂ ਦੀ ਪੜ੍ਹਾਈ 8ਵੀਂ 10ਵੀਂ 12ਵੀਂ ਤੋਂ ਗਾਂ ਜ਼ਿਆਦਾ ਤਰ੍ਹਾਂ ਦੀ ਟੱਪਦੀ ਨਹੀਂ ਆ, ਕਿਉਂਕਿ ਨਸ਼ੇ ਦੀ ਦਲਦਲ ਆ ਨਾ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਸਾਰੇ ਮੁੱਦੇ ਆ, ਵਪਾਰੀਆਂ ਦੇ ਆਪਣੇ ਮੁੱਦੇ ਆ, ਛੋਟੇ ਵਪਾਰੀਆਂ ਦੇ ਆਪਣੇ ਮੁੱਦੇ ਆ, ਦੁਕਾਨਦਾਰਾਂ ਦੇ ਆਪਣੇ ਮੁੱਦੇ ਆ, ਹਰ ਤਬਕਾ ਜਿਹੜਾ ਸਮਾਜ ਦਾ ਉਹ ਇੱਥੇ ਰਹਿ ਰਿਹਾ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਜੇ ਤੁਸੀਂ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਤੇ ਕੀ ਕਹੋਗੇ ਕਿ ਲੋਕ ਤੁਹਾਨੂੰ ਵੋਟ ਪਾਉਣ ਤੇ ਸੱਤਾ ਦੇ ਉੱਤੇ ਕਾਬਜ਼ ਕਰਨ? ਲੋਕਾਂ ਨੂੰ ਮੈਂ ਥੋੜਾ ਜਿਹਾ ਦੱਸ ਦੇਵਾਂ ਵੀ ਕੱਲ ਪਰਸੋਂ ਨਾ ਇੱਕ ਝੁੱਗੀਆਂ ਦਾ ਮੈਂਬਰ ਆਇਆ ਸੀ, ਕੋਈ ਉਹਨਾਂ ਦਾ ਪ੍ਰਧਾਨ ਆ, ਹੋਰ 50-60 ਝੁੱਗੀਆਂ ਦਾ ਇੱਕ ਪ੍ਰਧਾਨ ਆ। ਉਹਨੇ ਮੈਨੂੰ ਸੱਦਿਆ ਵੀ ਸਾਡੇ ਉੱਥੇ ਸਾਰੇ ਬੰਦੇ ਇਕੱਠੇ ਹੋਏ, ਤੁਸੀਂ ਆਓ। ਅਸੀਂ ਗਏ। ਉਹ ਕਹਿੰਦੇ ਆ ਜੀ ਇਲੈਕਸ਼ਨ ਆ ਗਿਆ ਸੀ, ਤੁਹਾਨੂੰ ਵੋਟ ਪਾਵਾਂਗੇ। ਮੈਂ ਕਿਹਾ ਵੀ ਮੈਂ ਇਸ ਚੀਜ਼ ਦੇ ਵਿੱਚੋਂ ਨਿਕਲਿਆ ਹੋਇਆ ਵਾਂ। ਪਹਿਲੀ ਗੱਲ ਤਾਂ ਇਹ ਆ ਵੀ ਮੈਂ ਦੂਜੇ ਲੀਡਰਾਂ ਨੂੰ ਤੁਹਾਨੂੰ ਇਹ ਨਹੀਂ ਕਹਿਣਾ ਵੀ ਤੁਹਾਨੂੰ ਕੋਠੀਆਂ ਪਾ ਕੇ ਦਊ ਮੈਨੂੰ ਵੋਟ ਪਾਓ। ਮੈਂ ਤੁਹਾਡੇ ਹੱਥ ਤੇ 2 ਲੱਖ ਰੁਪਈਆ 4 ਨਹੀਂ ਲੈ ਕੇ ਆਇਆ ਵੀ ਆਹ ਚੱਕੋ ਮੈਨੂੰ ਵੋਟ ਪਾਓ। ਤੁਸੀਂ ਗਰੀਬ ਲੋਕ ਆ, ਲੀਡਰਾਂ ਨੇ ਗਰੀਬੀ ਲਿਆਂਦੀ ਆ। ਤੁਸੀਂ ਮੈਨੂੰ ਦੱਸੋ, ਤੁਸੀਂ ਐਮਐਲਏ ਬਣਨਾ ਕਿਸੇ ਨੇ? ਤੇ ਉਹਨਾਂ ਦੇ ਮੂੰਹ ਤੇ ਹਾਸਾ ਆ ਗਿਆ, ਸਮਾਈਲ ਆ ਗਈ ਵੀ ਅਸੀਂ ਐਮਐਲਏ ਬਣ ਸਕਦੇ, ਝੁੱਗੀਆਂ 'ਚ ਬੈਠਾ ਬੰਦਾ ਐਮਐਲਏ ਬਣ ਸਕਦਾ। ਉਹ ਕਹਿੰਦੇ ਉਹ ਕਿਵੇਂ? ਮੈਂ ਕਿਹਾ ਜਿੱਦੇ ਮੈਂ ਐਮਐਲਏ ਬਣ ਗਿਆ ਉਹਦੇ ਤੁਸੀਂ ਐਮਐਲਏ ਬਣ ਗਏ। ਅਸੀਂ ਧੱਕਾ ਕਰਨਾ ਨਹੀਂ ਤੇ ਧੱਕਾ ਹੋਣ ਨਹੀਂ ਦੇਣਾ। ਇਹ ਤਾਂ ਸਾਰੇ ਹੀ ਐਮਐਲਏ ਕਹਿੰਦੇ, ਉਹ ਕਹਿੰਦੇ ਅਸੀਂ ਤੁਹਾਡੇ ਸੇਵਾਦਾਰ ਆ। ਤੁਸੀਂ ਨਵਾਂ ਕੀ ਕਿਹਾ ਉਹਨਾਂ ਨੂੰ? ਕਿਹਨਾਂ ਨੂੰ? ਸਾਰੇ ਐਮਐਲਏ ਬਾਦਲ ਸਾਹਿਬ ਤੱਕ ਕਹਿੰਦੇ ਅਸੀਂ ਤੁਹਾਡੇ ਸੇਵਾਦਾਰ ਹਾਂ ਜੀ, ਤੁਹਾਡੇ ਦਰ ਦੇ ਕੁੱਕਰ ਆ ਅਸੀਂ। ਬਣੇ ਨਹੀਂ ਨਾ ਪੈਣੇ ਉਹ, ਅਸੀਂ ਅੱਜ ਵੀ ਹੈਗੇ ਆ। ਕੀ ਗਾਰੰਟੀ ਹੈ ਕਿ ਤੁਸੀਂ ਐਮਐਲਏ ਦੀ ਕੁਰਸੀ ਤੇ ਬਹਿਣ ਤੋਂ ਬਾਅਦ ਤੇ ਤਾਮਝਾਮ ਗੱਡੀਆਂ ਬਾਡੀਗਾਰਡਾਂ ਦੇ ਤਾਮਝਾਮ ਤੋਂ ਬਾਅਦ ਤੁਸੀਂ ਰਹੋਗੇ? ਉਹ ਜੇ ਅਸੀਂ ਇਹ ਚ ਕੁਛ ਰੱਖਣਾ ਸੰਗਤ ਨੂੰ ਕਹਿੰਦੇ ਆ ਤੇ ਸਾਡੇ ਕੋਲ ਹੁਣ ਥੋੜਾ ਕੁਛ ਆ, ਬਥੇਰਾ ਲਾਮ ਲਾਸ਼ਕਰਾ ਭੈਣੇ। ਅਸੀਂ ਲੈ ਐਮਐਲਏ ਦੀ ਸੀਟ ਦੀ ਗੱਲ ਕਰਦੇ ਆ, ਤੁਸੀਂ ਪੰਜਾਬ ਦੇ ਕਿਸੇ ਐਮਐਲਏ ਦਾ ਨੰਬਰ ਦੇ ਦਿਓ, ਰਾਤੇ ਰਾਤ ਬਾਣੀ ਪਾ ਦਾਂਗੇ। ਪਾਵਰ ਦੀ ਗੱਲ ਕਰਦੇ ਆ, ਜ਼ੋਰ ਜਮਾਇਸ਼ ਸਾਰਾ ਕੁਝ ਹੈਗਾ, ਪਰ ਗਲਤ ਨਹੀਂ ਵਰਤਣਾ। ਤੁਸੀਂ ਮੈਨੂੰ ਦੱਸੋ, ਜਿਹੜੇ ਇੱਥੇ ਮੇਰੇ ਵਿਰੁੱਧ 3 ਐਮਐਲਏ ਖੜੇ ਆ, ਆਪਾਂ ਉਹਨਾਂ ਦੀ ਨਿੰਦਾ ਨਹੀਂ ਕੀਤੀ। ਉਹਨਾਂ ਦੇ ਨਾਂ ਐਮਐਲਏ ਤਾਂ ਲੱਗਾ, ਇਹਨਾਂ ਲੋਕਾਂ ਨੇ ਜਿਤਾਏ ਆ ਤੇ ਤਾਂ ਜਿਤਾਏ ਆ ਜੇ ਉਹ ਚੰਗੇ ਸੀ। ਉਹ ਵੱਖਰੀ ਗੱਲ ਆ, ਉਹਨਾਂ ਨੇ ਕੁਛ ਨਹੀਂ ਕੀਤਾ। ਪੰਜਾਬ ਦੀ ਕਿਸੇ ਵੀ ਸੀਟ ਦੀ ਗੱਲ ਕਰੀਏ, ਪਾਰਟੀ ਨਾ ਵੇਖੋ, ਪਾਰਟੀ ਕੋਈ ਆ, ਚਾਹੇ ਸਾਡੀ ਪਾਰਟੀ ਨਾ ਵੇਖੋ, ਅਸੀਂ ਕਦੇ ਪਾਰਟੀ ਦੀ ਗੱਲ ਹੀ ਨਹੀਂ ਕਰਨੀ। ਬੰਦਾ ਦੇਖ ਕੇ ਵੋਟ ਪਾਓ, ਚਾਹੇ ਅਕਾਲੀ ਆ, ਕਾਂਗਰਸੀ ਆ, ਆਮ ਆਦਮੀ, ਚਾਹੇ ਸਾਡੀ ਪਾਰਟੀ ਦਾ ਬੰਦਾ। ਜੇ ਤੁਹਾਨੂੰ ਲੱਗਦਾ ਵੀ ਆਹ ਯਾਰ ਐਮਐਲਏ ਪਹਿਲੋਂ ਆਇਆ ਸੀ ਤੇ ਇਹਨੇ ਸਾਡੇ ਮੁੰਡਿਆਂ ਨੂੰ ਪੱਟਤਾ, ਨਸ਼ਾ ਚ ਪਾਤਾ, ਸਾਡੀਆਂ ਜ਼ਮੀਨਾਂ ਦਾਬਲੀਆਂ, ਸਾਡੀ ਗੱਲ ਨਹੀਂ ਸੁਣੀ, ਤੇ ਐਤਕੀ ਉਹਨੂੰ ਹਰਾ ਦਿਓ, ਚਾਹੇ ਯਾਦ ਖੜਾ ਉਹਨੂੰ ਜਿਤਾ ਦਿਓ। ਪਰ ਹਾਂ, ਇਹ ਇੱਕ ਸ਼ਾਹੀ ਜ਼ਿੰਦਗੀ ਹੁੰਦੀ ਆ। ਸੁਪਨਾ ਸਭ ਦਾ ਹੁੰਦਾ, ਪਾਇਲਟ ਜੈਪਸੀ ਮੂਰੇ, ਪਿਛਲੀ ਚ ਮੈਂ ਬੈਠਾ ਗੱਡੀ ਚ, ਨਾਲ ਮੇਰੇ ਗਨਮੈਨ ਹੋਣ ਤੇ ਦੂਜੇ ਲੋਕ ਕਰਦੇ ਨੇ ਪਾਸੇ ਜੋ ਐਮਐਲਏ ਆ ਟਾਕੀ ਖੋਲਦੀ ਹਨਾ। ਨਹੀਂ, ਇਹ ਕੁਛ ਅਸੀਂ ਕਰ ਵੀ ਸਕਦੇ ਹਾਂ ਹੁਣ ਵੀ। ਬਾਬਿਆਂ ਨੂੰ ਸਤਿਕਾਰ ਥੋੜਾ ਮਿਲਦਾ, ਅਸੀਂ ਤਾਂ ਕਹਿੰਦੇ ਨਹੀਂ ਸਾਨੂੰ ਬਾਬਾ ਕਹੇ, ਅਸੀਂ ਇੱਕ ਸੇਵਾਦਾਰ ਆ। ਬਾਣਾ ਅਸੀਂ ਇਸ ਇਤਿਹਾਸ ਨੂੰ ਪੜ੍ਹਿਆ, ਇਹਦੇ ਕੀ ਫਾਇਦੇ ਆ ਸਾਨੂੰ ਪਤਾ। ਇਸ ਕਰਕੇ ਮੈਂ ਪਹਿਲੋਂ ਸਾਈਨ ਕਰ ਦੂੰਗਾ। ਜੇ ਮੇਰੀ ਜ਼ਿੰਦਗੀ ਦੇ ਵਿੱਚੋਂ 19-21 ਦਾ ਵੀ ਫਰਕ ਪੈ ਗਿਆ ਤੇ ਸਾਡੇ ਤੋਂ ਉਦੇ ਹੀ ਸੀਟ ਲੈ ਜਾਵੇ। ਅਸੀਂ ਉਹ ਅਸਤੀਫਾ ਦੇ ਦਾਂਗੇ, ਅਸੀਂ ਐਮਐਲਏ ਬਣ ਹੀ ਨਹੀਂ ਸਕਦੇ, ਅਸੀਂ ਸਿਕਿਉਰਿਟੀ ਰੱਖ ਲਈ ਨਾ, ਅਸੀਂ ਨਹੀਂ ਰੱਖਣੀ। ਹਾਂ, ਸ਼ਾਸਤਰਧਾਰੀ ਖਾਲਸਾ ਜ਼ਰੂਰ ਚਾਹੀਦਾ, ਉਹ ਸਾਡੇ ਸਿੰਘ ਹੋਣਗੇ, ਤੇ ਸਿੰਘ ਉਹੀ ਹੋਣਗੇ ਜਿਹੜੇ ਐਮਐਲਏ ਬਣਨ ਤੋਂ ਬਾਅਦ 6 ਮਹੀਨੇ ਰੱਖਣੇ ਆ। ਕਿਉਂ? ਜਿਹੜੇ ਇੱਥੇ ਮੁੰਡੇ ਨਸ਼ੇ ਕਰਦੇ ਆ, ਨਸ਼ਾ ਚੋਂ ਕੱਢ ਕੇ ਉਹਨਾਂ ਨੂੰ ਨਾਲ ਰੱਖਣਾ। ਕਿਉਂ? ਗਨਮੈਨ ਨੂੰ ਵੀ ਅਸੀਂ 20-25 ਹਜ਼ਾਰ ਤਨਖਾਹ ਦੇਣੀ ਆ। ਜੇ ਅਸੀਂ 25 ਮੁੰਡੇ ਨਾਲ ਰੱਖਣੇ ਆ ਤੇ ਮਾਝੇ ਏਰੀਏ ਦੇ ਉਹ ਰੱਖਾਂਗੇ ਜਿਹੜੇ ਨਸ਼ਿਆਂ 'ਚ ਬੈਠੇ ਅੱਜ ਘਰੇ ਜਿੰਦਾ ਲਾਇਆ ਹੋਇਆ, ਉਹਨਾਂ ਨੂੰ ਕਵਾਂਗੇ ਬੰਨੋ ਦਸਤਾਰਾ ਸਿਰ ਤੇ, ਨਸ਼ਿਆਂ ਨੂੰ ਤਿਆਗੋ, ਆਹ ਚੱਕੋ ਗਨ, ਨਾਲ ਰਹਿਣਾ, ਮੇਰੀ ਰਾਖੀ ਤੁਸੀਂ ਕਰਨੀ ਆ। ਨਸ਼ਾ ਵੇਚਣ ਵਾਲੇ ਦੀ, ਨਸ਼ਾ ਕਰਨ ਵਾਲੇ ਦਾ ਦਿਮਾਗ ਸਾਰਿਆਂ ਨਾਲੋਂ ਵੱਧ ਹੁੰਦਾ। ਬਹੁਤ ਬਹੁਤ ਸ਼ੁਕਰੀਆ ਬਾਈ ਜੀ ਗੱਲਬਾਤ ਦੇ ਲਈ ਸਮਾਂ ਕੱਢਿਆ। ਸੋ ਇਹ ਹੈ ਅੰਮ੍ਰਿਤਪਾਲ ਸਿੰਘ ਮਹਿਰੋਂ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਖੜਾ ਕੀਤਾ ਗਿਆ। ਉਹਨਾਂ ਨੇ ਆਪਣਾ ਵਿਜ਼ਨ ਦੱਸਿਆ, ਆਪਣੀ ਗੱਲਬਾਤ ਕਹੀ ਹੈ। ਸੋ ਹੁਣ ਇਹ ਲੋਕਾਂ ਦੇ ਉੱਤੇ ਆ ਕਿ ਲੋਕ ਕਿਸ ਤਰ੍ਹਾਂ ਦਾ ਫੈਸਲਾ ਸੁਣਾਉਂਦੇ ਆ। ਇਹਨਾਂ ਦਾ ਵਿਜ਼ਨ, ਇਹਨਾਂ ਦਾ ਜਿਹੜਾ ਉਦੇਸ਼ ਹੈ, ਚਾਹੇ ਉਹ ਸਿੱਖ ਧਰਮ ਨੂੰ ਲੈ ਕੇ, ਚਾਹੇ ਲੋਕਾਂ ਨੇ ਬਹੁਤ ਤਰ੍ਹਾਂ ਦੇ ਨਾਲ ਇਹਨਾਂ ਦੀ ਆਲੋਚਨਾ ਕੀਤੀ ਆ। ਸੋ ਇਹ ਦੇਖਣਾ ਇਹ ਹੋਊਗਾ ਕਿ ਮਾਝੇ ਵਾਲੇ ਲੋਕ ਇਹਨਾਂ ਦੇ ਲਈ ਕਿਸ ਤਰ੍ਹਾਂ ਦਾ ਫੈਸਲਾ ਕਰਦੇ, ਇਹਨਾਂ ਨੂੰ ਸੱਤਾ ਵਿੱਚ ਲੈ ਕੇ ਆਉਂਦੇ ਆ ਜਾਂ ਨਹੀਂ। ਕਹਿਣਾ ਇਹਨਾਂ ਦਾ ਹਾਲ ਦੀ ਘੜੀ ਇਹ ਹੈ ਕਿ ਮੈਂ ਹੋਰ ਕੋਈ ਵਾਅਦਾ ਨਹੀਂ ਕਰਦਾ। ਵਾਅਦਾ ਇਹ ਕਰਦਾ ਹੈ ਕਿ ਜਿਵੇਂ ਦੀ ਮੇਰੀ ਜ਼ਿੰਦਗੀ ਹੁਣ ਹੈ, ਮੇਰੀ ਜ਼ਿੰਦਗੀ ਐਮਐਲਏ ਜੇ ਮੈਂ ਬਣ ਜਾਣਾ ਤੇ ਉਸ ਤੋਂ ਬਾਅਦ ਵੀ ਉਵੇਂ ਦੀ ਰਹੂਗੀ। ਸੋ ਦੇਖਦੇ ਹਾਂ ਇਹਨਾਂ ਦਾ ਕਿਵੇਂ ਦਾ ਜਿਹੜੀ ਜ਼ਿੰਦਗੀ ਹੋਊਗੀ ਆਉਣ ਵਾਲੇ ਸਮੇਂ, ਜੇ ਐਮਐਲਏ ਬਣ ਜਾਂਦੇ ਆ ਤੇ ਲੋਕ ਇਹਨਾਂ ਨੂੰ ਐਮਐਲਏ ਬਣਾਉਂਦੇ ਜਾਂ ਨਹੀਂ ਬਣਾਉਂਦੇ, ਉਹ ਜਿਹੜਾ ਭਵਿੱਖ ਦੇ ਗਰਭ ਦੇ ਵਿੱਚ ਆ। ਹਾਲ ਦੀ ਘੜੀ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਸ਼ੁਕਰੀਆ।